जो सब खंडां ब्रह्मंडां दा मालक है, जद ਉਹਦੇ ਨਾਲ जुड़ जाइए, ਇੱਥੇ ਕਿਸੇ ਮੰਤਰੀ ਸੰਤਰੀ ਨਾਲ ਕੋਈ ਗੱਲਬਾत ਹੋਵੇ, ਕਈ ਥਾਵਾਂ 'ਤੇ ਵਿਖਾਉਂਦੇ ਆ, ਪਰ ਜਿਨ੍ਹਾਂ ਦਾ ਅਕਾਲ ਪੁਰਖ ਨਾਲ ਹੀ ਨਾਤਾ ਜੋੜਤਾ ਮਹਾਰਾਜ ਨੇ ਅੰਮ੍ਰਿਤ ਛਕਾ ਕੇ, ਉਹਨਾਂ ਨੂੰ ਕੀ ਕੁਛ ਮਿਲੇਗਾ? ਇਹ ਅਨੁਭਵ ਪ੍ਰਕਾਸ਼ ਹੈ। ਇਸ ਕਰਕੇ ਵੱਡਾ ਖਜ਼ਾਨਾ ਜੋ ਤੀਸਰਾ ਸਰੂਪ ਸਰਬਲੋ ਗ੍ਰੰਥ ਰਚਨਾ ਕੀਤੀ, ਜਿਹੜੀ ਰਚਨਾ ਦੇ ਵਿੱਚ 4 ਯੁੱਗ 36 ਯੁੱਗਾਂ ਤੋਂ ਬਾਅਦ ਹੋਣ ਵਾਲੀ ਮਹਾਂਪਰਲੋ, 4 ਯੁੱਗਾਂ ਦਾ ਨਾਮ ਮਹਾਤਮ, 4 ਕੁੰਟਾਂ 10 ਦਿਸ਼ਾਵਾਂ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਇੱਥੇ ਆ ਕੇ ਸਿੱਧ ਹੁੰਦਾ ਵੀ ਇਹ ਸੰਪੂਰਨਤਾ ਹੋ ਗਈ। ਸਤਿਗੁਰੂ ਪਾਤਸ਼ਾਹ ਨੇ ਅਕੁਲ ਬ੍ਰਹਮੰਡ, ਵਿਰਾਟ ਸਰੂਪ ਕਹਿੰਦੇ ਆ ਇਹਨੂੰ ਅਕਾਲ ਪੁਰਖ ਦਾ, ਵਿਰਾਟ ਸਰੂਪ, ਉਹਦੇ 'ਚ ਅੱਖਾਂ ਤੇ ਸੂਰਜ ਤੇ ਚੰਦ ਦੇ 2 ਅੱਖਾਂ ਨੇ, ਜਿਹੜਾ ਅਕਾਲ ਪੁਰਖ ਦਾ ਵਿਰਾਟ ਸਰੂਪ ਹੈ, 14 ਲੋਕਾਂ 'ਚ ਫੈਲਿਆ ਹੋਇਆ ਤੇ ਕਰੋੜਾਂ ਬ੍ਰਹਮੰਡਾਂ 'ਚ ਪਸਰਿਆ ਹੋਇਆ। ਕਹਿੰਦੇ 2 ਅੱਖਾਂ ਨੇ ਸੂਰਜ ਤੇ ਚੰਦਰਮਾ, 7 ਆਕਾਸ਼ ਉਹਨਾਂ ਦਾ ਸੀਸ ਹੈ, 7 ਪਤਾਲ ਉਹਨਾਂ ਦੇ ਚਰਨ ਨੇ। ਆ ਸਾਡੀ ਦੁਨੀਆ ਉਹਨਾਂ ਦੇ ਪੇਟ 'ਚ ਆਉਂਦੀ ਹੈ। ਆ ਜਿੰਨੀ ਬਨਸਪਤੀ ਆ, ਫਲ ਫੁੱਲ ਕੱਖ ਕੰਡਾ ਰੁੱਖ ਬਿਰਖ, 18 ਭਾਰ ਬਨਸਪਤੀ ਦੇ, ਜੰਗਲ ਬੇਲਾ, ਇਹ ਉਹਨਾਂ ਦੇ ਸਰੀਰ ਦੇ ਕੇਸ ਨੇ। ਜਿੰਨੇ ਪ੍ਰਥਵੀ ਤੇ ਜੰਗਲ ਨੇ ਜਾਂ ਬਨਸਪਤੀ ਰੁੱਖ ਬਿਰਖ ਹੈ, ਇਹ ਅਕਾਲ ਪੁਰਖ ਦੇ ਸਰੀਰ ਦੇ ਕੇਸ ਨੇ। ਜਿੰਨੀਆਂ ਨਦੀਆਂ ਨਾਲੇ ਦਰਿਆ ਨਹਿਰਾਂ ਵਗ ਰਹੀਆਂ, ਇਹ ਉਹਨਾਂ ਦੇ ਸਰੀਰ ਦੀਆਂ ਨਾੜੀਆਂ ਤੇ ਉਪ ਨਾੜੀਆਂ ਨੇ। ਇਹਨੂੰ ਕਹਿੰਦੇ ਨੇ ਵਿਰਾਟ ਸਰੂਪ, ਵੱਡਾ ਸਾਹਿਬ। ਤੇ ਉਹ ਵਿਰਾਟ ਸਰੂਪ ਸਰਬਲੋ ਮਹਾਰਾਜ 'ਚ ਦਿਖਾਇਆ ਮਹਾਰਾਜ ਨੇ। ਸਰਬਲੋ ਨਾਮ ਕਿਵੇਂ ਪਿਆ? ਹਜ਼ਾਰਾਂ ਯੁੱਗ ਪਹਿਲਾਂ, ਆ ਹੁਣ ਇਹਨਾਂ ਨੇ ਕੁਝ ਫਿਲਮਾਂ ਵੀ ਇਹ ਚੀਜ਼ 'ਤੇ ਬਣਾਈਆਂ ਨੇ, ਇਹ ਉਹਨਾਂ ਨੂੰ ਏਲੀਅਨ ਕਹਿੰਦੇ ਨੇ, UFO ਏਲੀਅਨ, ਇਸ ਨਾਮ ਨਾਲ ਉਹਨਾਂ ਨੂੰ ਇਹ ਪ੍ਰਗਟ ਕਰਕੇ ਵਿਖਾਉਂਦੇ ਆ। ਪਰ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆ 300 ਸਾਲ ਪਹਿਲਾਂ ਉਹਨਾਂ ਦੀ ਕਥਾ ਦੱਸੀ ਹੈ ਸਰਬਲੋ ਗ੍ਰੰਥ ਅੰਦਰ। ਆ ਜਿਹੜੇ ਰਾਖਸ਼ ਸੀਗੇ ਉਹੀ ਤੇ ਏਲੀਅਨ ਨੇ, ਉਹ ਦੂਜੇ ਗ੍ਰਹਿਾਂ ਤੋਂ ਆਉਂਦੇ ਨੇ, ਉਹ ਪਤਾਲ 'ਚੋਂ ਆਏ ਸੀ। ਸਾਡੇ ਲਈ ਤਾਂ ਦੂਜਾ ਗ੍ਰਹਿ ਹੀ ਆ, ਉਹ ਪਤਾਲ ਦੇ ਵਿੱਚੋਂ ਆਏ ਸਨ। 30 ਪਦਮ ਦੈਂਤ, 30 ਪਦਮ, ਪਦਮ ਇੱਕ ਗਿਣਤੀ ਦਾ ਅੱਖਰ ਹੈ, ਜਿਵੇਂ 100 1000 ਲੱਖ ਕਰੋੜ ਅਰਬ ਖਰਬ ਨੀਲ ਪਦਮ, ਉਹ ਤੋਂ ਬਾਅਦ ਸੰਖ ਤੇ ਫਿਰ ਅਸੰਖ ਹੋ ਜਾਂਦਾ, ਫਿਰ ਗਿਣਤੀ ਫਤਿਹ ਹੋ ਜਾਂਦੀ ਹੈ। ਤਾਂ ਲੱਖ ਕਰੋੜ ਅਰਬ ਖਰਬ ਨੀਲ ਪਦਮ, 30 ਪਦਮ ਸੈਨਾ ਚੜ੍ਹੀ ਦੈਂਤਾਂ ਦੀ, ਉਹਨਾਂ ਨੇ ਸਾਰੀ ਪ੍ਰਿਥਵੀ 'ਤੇ ਕਬਜ਼ਾ ਕਰ ਲਿਆ। ਅਤੇ ਜਿਹੜੀ ਉਹਨਾਂ ਦੀ ਸਾਇੰਸ ਹੈ ਆਪਣੇ ਨਾਲੋਂ ਕਿਤੇ ਵੱਡੀ ਹੈ, ਕਿਤੇ ਤਾਕਤਵਰ ਹੈ। ਜਿਹੜੇ ਉਹਨਾਂ ਦੇ ਹਥਿਆਰ ਨੇ, ਜਦੋਂ ਚੱਲਦੇ ਆ ਆਕਾਸ਼ ਦੇ ਤਾਰੇ ਟੁੱਟ ਜਾਂਦੇ ਨੇ, ਉਲਕਾਪਾਤ ਹੋ ਜਾਂਦਾ। ਜਿਹੜੇ ਏਲੀਅਨ ਨੇ ਹਜ਼ਾਰਾਂ ਯੁੱਗ ਪਹਿਲਾਂ ਉਹ ਸਾਡੀ ਧਰਤੀ 'ਤੇ ਕਬਜ਼ਾ ਕਰਕੇ ਬੈਠ ਗਏ। ਇੱਥੇ ਉਹਨਾਂ ਨੇ ਰਾਜ ਕਾਇਮ ਕਰ ਲਿਆ, ਫਿਰ ਆਕਾਸ਼ ਨੂੰ ਚੜ੍ਹ ਗਏ। ਉੱਥੇ ਜਾ ਕੇ ਇੰਦਰ ਦੇਵਤਾ ਘੇਰ ਲਿਆ, ਬ੍ਰਹਮੇ ਦੀ ਪੁਰੀ, ਸ਼ਿਵ ਜੀ ਦੀ ਪੁਰੀ, ਵਿਸ਼ਨੂੰ ਦੀ ਪੁਰੀ, ਸਭ ਆਪਣੇ ਡੰਡੇ ਡਾਰੂ ਚੱਕ ਕੇ ਦੌੜ ਗਏ। ਜੰਗ ਲੜਿਆ, ਹਾਰ ਗਏ, ਬੜੀ ਬੁਰੀ ਤਰ੍ਹਾਂ ਕੁੱਟੇ ਵੀ, ਕਈ ਗੁਲਾਮ ਕਰ ਲਏ। ਇਹਨਾਂ ਦੇ ਘਰ ਵਾਲੀਆਂ, ਇਸਤਰੀਆਂ, ਬੱਚੇ ਸਭ ਦੈਂਤਾਂ ਨੇ ਕੈਦ ਕਰ ਲਏ। ਅਤੇ ਜਿਹੜਾ ਉਹਨਾਂ ਸਾਰੇ ਏਲੀਅਨਾਂ ਦਾ ਸਰਦਾਰ ਸੀ, ਉਹਦਾ ਨਾਮ ਹੈ ਵੀਰ ਜਨਾਦ। ਉਹ ਸਾਰੇ ਦੈਂਤਾਂ ਦਾ ਸਰਦਾਰ ਸੀ। ਉਹ ਫਿਰ ਇੰਦਰ ਦੇ ਆਸਣ 'ਤੇ ਬਾਦਸ਼ਾਹ ਬਣ ਕੇ ਬੈਠਾ। ਕਹਿੰਦੇ ਕਈ ਸਾਲਾਂ ਤੱਕ ਉਹ ਕਾਬਜ ਰਿਹਾ ਇੰਦਰ ਦੇ ਆਸਣ 'ਤੇ। ਅਤੇ ਦੈਂਤਾਂ ਨੇ ਸਾਡੀ ਧਰਤੀ ਦੇ ਜੀਵ ਜੰਤੂ ਤਾਂ ਉਹੀ ਖਾ ਗਏ, ਉਹ ਪਸ਼ੂ ਪੰਛੀ ਸਭ ਖਾ ਗਏ। ਐਸੇ ਐਸੇ ਭਿਆਨਕ ਦੈਂਤ ਸਨ, ਅਗਰ ਉਹਨਾਂ ਨੇ ਬਾਹਰ ਨੂੰ ਫੂਕ ਮਾਰਦੀ ਨਾ ਆਪਣੇ ਮੁੱਖ 'ਚੋਂ, ਸਭ ਰੁੱਖ ਬਿਰਖ ਉੱਡ ਜਾਂਦੇ ਸੀ, ਤੂਫਾਨ ਆ ਜਾਂਦਾ ਸੀ।
ਅਗਰ ਅੰਦਰ ਨੂੰ ਖਿੱਚ ਲਈ ਪਾਉਣ ਹਵਾ ਤੇ ਸਭ ਪਸ਼ੂ ਢਾਂਡਾ ਉਹਨਾਂ ਦੇ ਅੰਦਰ ਹੀ ਚੱਲ ਜਾਂਦਾ ਸੀ। ਇਹੋ ਜਿਹੇ ਦੈਂਤ। ਇੱਕ ਉਹਨਾਂ 'ਚੋਂ ਐਸਾ ਦੈਂਤ ਸੀ, ਉਹਦਾ ਨਾਮ ਸੀ ਕਲੰਕਾ। ਕਿਸੇ ਸ਼ਸਤਰ ਦਾ, ਕਿਸੇ ਚੀਜ਼ ਦਾ ਉਹਦੇ 'ਤੇ ਅਸਰ ਨਾ ਹੋਇਆ। ਤੇ ਦੇਵਤਿਆਂ ਨੇ ਫਿਰ ਉਹਦੇ 'ਤੇ ਇੱਕ ਐਸਾ ਤੀਰ ਚਲਾਇਆ, ਉਹਦੇ 'ਚੋਂ ਸੱਪਾਂ ਤੇ ਠੂਹਿਆਂ ਦੀ ਵਰਖਾ ਹੋਈ। ਇੰਨੀ ਵਰਖਾ ਉਹ ਦੈਂਤ ਦੱਬਿਆ ਗਿਆ, ਸੱਪਾਂ ਤੇ ਠੂਹਿਆਂ ਦੇ ਢੇਰ 'ਚ ਦੱਬਿਆ ਗਿਆ। ਉਹ ਮਰਿਆ ਫਿਰ ਵੀ ਨਹੀਂ, ਉਹਨੂੰ ਜ਼ਹਿਰ ਜੜ ਗਈ। ਇੰਨਾ ਨਸ਼ਾ ਹੋਇਆ, ਜ਼ਹਿਰ ਦਾ ਮੂਰਛਤ ਹੋ ਗਿਆ। ਤੇ ਦੇਵਤਿਆਂ ਨੇ ਕੀ ਕਰਿਆ, ਇੱਕ ਪਥਰਾਟ ਦਾ ਸੰਦੂਕ, ਪੱਥਰ ਦਾ, ਉਹਦੇ ਸਰੀਰ ਨੂੰ ਵਿੱਚ ਪੈਕ ਕਰਤਾ। ਉਹਦੇ 'ਤੇ ਸੰਗਲਾਂ ਨਾਲ ਸੀਲਾਂ ਲਾਤੀਆਂ। ਫਿਰ ਦੂਜਾ ਸੰਦੂਕ ਚੜ੍ਹਾਤਾ ਪੱਥਰ ਦਾ। ਇਸ ਤਰ੍ਹਾਂ 60,000 ਸੰਦੂਕ ਚੜ੍ਹਾਇਆ ਉਹਦੇ 'ਤੇ ਪਥਰਾਟ ਦਾ, ਤੇ ਸੰਗਲਾਂ ਨਾਲ ਸੀਲ ਕਰਕੇ, ਜਿਵੇਂ ਇਹਨਾਂ ਨੇ ਅਸਾਮਾ ਬਿਨ ਲਦੇਨ ਸਮੁੰਦਰ 'ਚ ਸੁੱਟਿਆ, ਇੱਦਾਂ ਹੀ ਉਸ ਦੈਂਤ ਨੂੰ ਲਿਜਾ ਕੇ ਸਮੁੰਦਰ 'ਚ ਸੁੱਟਿਆ ਦੇਵਤਿਆਂ ਨੇ। ਫਿਰ ਉਹਦੇ ਤੋਂ ਖਹਿੜਾ ਛੁੱਟਿਆ ਇਹਨਾਂ ਨੇ। ਐਸੇ ਐਸੇ ਭਿਆਨਕ ਜਿਹੜੇ ਏਲੀਅਨ ਕਹੇ ਜਾਂਦੇ ਸੀ, ਉਹਨਾਂ ਨੇ ਸਾਰੇ ਲੋਕਾਂ 'ਤੇ ਕਬਜ਼ਾ ਕਰ ਲਿਆ। ਕਈ ਸਾਲਾਂ ਤੱਕ ਕਾਇਮ ਰਹੇ। ਕੁੱਲ ਅੰਸ਼ ਵੰਸ਼ ਜੀਵ ਜੰਤੂ ਖਾ ਗਏ, ਉਜਾੜ ਕਰਤਾ ਸਭ ਕੁਝ। ਤੇ ਜਿਹੜੇ ਬਚੇ ਉਹਨਾਂ ਤੋਂ ਲੁਕ ਛਿਪ ਕੇ ਜੰਗਲਾਂ ਵੇਲਿਆਂ 'ਚ, ਬਾਕੀ ਸਭ ਉਹਨਾਂ ਦੀ ਫੌਜ। 30 ਪਦਮ ਕਿਤੇ ਬੈਠਣਾ ਟਿਕ ਗਏ। 30 ਪਦਮ ਦੈਂਤ, ਉਹ ਵੀ ਇੰਨੇ ਭਿਆਨਕ, ਇੱਕ ਸੇ ਵੜ ਕਰ ਇੱਕ। ਕੋਈ ਕਲੰਕਾ, ਕੋਈ ਭੂਮ ਭਿਆਵਨ, ਕੋਈ ਰਣੰਕਾ, ਕੋਈ ਭੀਮਨਾਦ, ਕੋਈ ਰਕਤ ਬੀਜ, ਕੋਈ ਸੁੰਭਨ ਸੁੰਭ, ਕੋਈ ਚੰਡ ਮੁੰਡ। ਅਨੇਕਾਂ ਦੈਂਤ ਹੋਏ ਨੇ ਉਹਨਾਂ ਦੀ ਫੌਜ 'ਚ। ਤਾਂ ਸਾਧ ਸੰਗਤ ਜੀ, ਅਖੀਰ ਜੰਗਲਾਂ 'ਚ ਲੁਕੇ ਹੋਏ ਦੇਵਤੇ ਜੋ ਜਾਨਾਂ ਬਚਾਉਣ 'ਚ ਕਾਮਯਾਬ ਹੋ ਗਏ, ਉਹਨਾਂ ਨੇ ਭਗਤੀ ਆਰੰਭ ਦਿੱਤੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਇਉਂ ਭਾਈ ਉਹ ਜੰਗਲ 'ਚ ਜਾ ਕੇ ਅਕਾਲ ਪੁਰਖ ਦਾ ਜਾਪ ਕਰਨ ਲੱਗੇ। ਉਧਰੋਂ ਤਾਂ ਦੈਂਤਾਂ ਦੇ ਪਾਪ ਵੱਧ ਗਏ, ਕਿਉਂਕਿ ਬਹੁਤ ਸਾਰੀਆਂ ਦੇਵੀਆਂ ਉਹਨਾਂ ਨਾਲ ਉਹਨਾਂ ਨੇ ਜ਼ਬਰ ਜਨਾਹ ਕਰ ਦਿੱਤੇ। ਕਈਆਂ ਨੇ ਉਹਨਾਂ ਨੂੰ ਸਵੀਕਾਰ ਨਾ ਕੀਤਾ, ਆਪਣੇ ਪੇਟ ਵਿੱਚ ਕਟਾਰੀਆਂ ਮਾਰ ਕੇ ਮਰ ਗਈਆਂ। ਉਹਨਾਂ ਦਾ ਦੋਸ਼ ਉਹਨਾਂ ਨੂੰ ਲੱਗਿਆ। ਪਾਪ ਕੀਤੇ ਉਹ ਉਹਨਾਂ ਦੇ ਸਿਰ ਚੜ੍ਹ ਗਏ। ਦੇਵਤਿਆਂ ਦੀਆਂ ਪੁਰੀਆਂ 'ਚ ਨਸ਼ੇ ਵਿਸ਼ੇ ਖਿਲਾਰਦੇ ਇਹਨਾਂ ਨੇ। ਕਮਲ ਕੁੱਟਿਆ ਦੈਂਤਾਂ ਨੇ, ਜਿਨ੍ਹਾਂ ਨੂੰ ਏਲੀਅਨ ਕਹਿੰਦੇ ਨੇ। ਸਾਰਾ ਭੰਗ ਕਰਤਾ ਉਹਨਾਂ ਦਾ, ਕੋਈ ਮਰਜ਼ਾਦਾ ਨਾ ਛੱਡੀ। ਤੇ ਉਧਰੋਂ ਦੇਵਤਿਆਂ ਦੀ ਜਿਹੜੀ ਭਗਤੀ ਸੀ ਜੰਗਲ 'ਚ, ਉਹ ਅਕਾਲ ਪੁਰਖ ਨੂੰ ਪਹੁੰਚ ਗਈ। ਅਕਾਲ ਪੁਰਖ ਦੀ ਦਰਗਾਹ 'ਚ ਉਹਨਾਂ ਦੀ ਪੁਕਾਰ ਪਹੁੰਚ ਗਈ। ਮਹਾਰਾਜ ਪ੍ਰਗਟ ਹੋ ਗਏ। ਫਿਰ ਦੇਵਤਿਆਂ ਨੂੰ ਦਰਸ਼ਨ ਦਿੱਤਾ। ਕਹਿੰਦੇ ਜੀ ਬਹੁਤ ਦੁਖੀ ਆ। ਮਹਾਰਾਜ ਕਹਿੰਦੇ ਭਾਈ ਆਪਣੇ ਹੰਕਾਰ ਕਰਕੇ ਹੀ ਦੁਖੀ ਹੁੰਦੇ ਹੋ। ਤੁਹਾਨੂੰ ਆਪਣੀਆਂ ਪਦਵੀਆਂ ਦਾ ਹੰਕਾਰ ਹੋ ਗਿਆ। ਉਹ ਦੈਂਤਾਂ ਨੇ ਤੁਹਾਡੇ ਤੋਂ ਵੱਡੀ ਤਾਕਤ ਹਾਸਲ ਕਰ ਲਈ। ਹੁਣ ਤੁਸੀਂ ਜਪ ਤਪ ਕੀਤਾ, ਹੁਣ ਤੁਹਾਡੀ ਤਾਕਤ ਵੱਧ ਜਾਏਗੀ, ਤੁਹਾਡੀ ਰੱਖਿਆ ਕਰਾਂਗੇ। ਮਹਾਰਾਜ ਨੇ ਧੀਰਜ ਦਿੱਤਾ। ਕਹਿੰਦੇ ਇਉਂ ਕਰੋ, ਹੁਣ ਆ ਰਿਸ਼ੀਆਂ ਦੇ ਭੇਸ਼ ਲਾ ਦਿਓ। ਹੁਣ ਫੇਰ ਉਹ ਜੰਗੀ ਰਾਜ ਸਾਜ ਕੱਸ ਲਓ ਤੇ ਜੰਗ ਦੀ ਤਿਆਰੀ ਕਰੋ। ਕਹਿੰਦੇ ਫਿਰ ਅਕਾਲ ਪੁਰਖ ਨੇ ਇੱਕ ਅਵਤਾਰ ਧਾਰਨ ਕੀਤਾ, ਜਿਸ ਅਵਤਾਰ ਦਾ ਨਾਮ ਹੀ ਸਰਬਲੋ ਮਹਾਰਾਜ ਹੈ, ਜਿਨ੍ਹਾਂ ਨੇ ਤਿੰਨਾਂ ਲੋਕਾਂ 'ਚੋਂ ਸਾਰੇ ਏਲੀਅਨਾਂ ਨੂੰ ਖਤਮ ਕੀਤਾ। ਉਹ ਅਵਤਾਰ ਦਾ ਨਾਮ ਹੈ ਸਰਬਲੋ ਮਹਾਰਾਜ। ਨਹੀਂ ਤਾਂ ਸਾਡੀ ਪ੍ਰਿਥਵੀ ਵੀ ਖਤਮ, ਪਤਾਲ 'ਤੇ ਉਹਨਾਂ ਦਾ ਕਬਜ਼ਾ ਹੀ ਸੀ, ਤੇ ਦੇਵਤਿਆਂ ਦੀ ਦੁਨੀਆ ਵੀ ਖਤਮ। ਐਡੇ ਭਿਆਨਕ। ਪਰ ਅਕਾਲ ਪੁਰਖ ਨੇ ਇੱਕ ਸਰੂਪ ਧਾਰਨ ਕੀਤਾ, ਤੇ ਉਹ ਸਰੂਪ ਦਾ ਨਾਮ ਹੈ ਸਰਬਲੋ ਮਹਾਰਾਜ। ਕਹਿੰਦੇ ਸਾਰਾ ਸਰੀਰ ਸਰਬਲੋ ਦੇ ਸ਼ਸਤਰਾਂ ਤੋਂ ਬਣਿਆ ਹੋਇਆ ਸੀ। ਆਪਣੇ ਮੁੱਖ ਵਿੱਚ ਜਿਵੇਂ ਦੰਦ ਨੇ, ਉਹਨਾਂ ਦੀ ਜਗ੍ਹਾ 'ਤੇ ਕਟਾਰਾਂ ਲੱਗੀਆਂ ਹੋਈਆਂ ਸਨ। ਆ ਨੇਤਰ, ਕੰਨ, ਨਾਸਕਾਂ, ਇਹਨਾਂ ਦੇ ਵਿੱਚੋਂ ਅਗਨੀ ਦੇ ਗੋਲੇ ਤੋਪਾਂ ਦੀਆਂ ਬੈਰਲਾਂ ਵਾਂਗ ਚੱਲਦੇ ਸਨ।
ਤੇ ਆ ਜਿਹੜਾ ਸਰੀਰ ਤੇ 3.5 ਕਰੋੜ ਕੇਸ ਹੈ, ਰੋਮ ਹੈ, ਇਹ ਕਹਿੰਦੇ ਨਾ ਤਿੱਖੇ ਕਿੱਲਾਂ ਤੇ ਬਰਸ਼ਿਆਂ ਵਾਂਗ ਸਰੀਰ ਤੇ ਖੜਾ ਸੀ ਮਹਾਰਾਜ ਦੇ, ਸਰਬਲੋ ਜੀ ਦੇ। ਐਡਾ ਬਜਰੰਗੀ ਸਰੂਪ ਧਾਰਨ ਕੀਤਾ ਤੇ ਸਾਰੇ ਦੇਵਤਿਆਂ ਨੂੰ ਕਹਿੰਦੇ ਆ ਜਾਓ, ਧਰਤੀ ਦੇ ਮਨੁੱਖਾਂ ਨੂੰ ਵੀ ਇਕੱਠੇ ਕਰ ਲਿਆ। ਕਹਿੰਦੇ ਸਰਬਲੋ ਮਹਾਰਾਜ ਦੀ ਫੌਜ 'ਚ ਕੁੱਲ ਜੀਵ ਜੰਤੂ ਸੀਗਾ, ਕੁੱਲ ਪਸ਼ੂ ਪੰਛੀ ਹਾਜ਼ਰ ਹੋਇਆ। ਤੇ ਫਿਰ ਉਹਨਾਂ ਨੇ ਦੈਂਤਾਂ ਨਾਲ ਜੰਗ ਕੀਤਾ, ਸਾਰਿਆਂ ਨੂੰ ਖਤਮ ਕਰਕੇ ਦੇਵਤਿਆਂ ਨੂੰ ਉਹਨਾਂ ਦਾ ਸਵਰਗ ਦਵਾ ਦਿੱਤਾ। 33 ਕਰੋੜ ਦੇਵੀ ਦੇਵਤੇ ਦਾ ਉੱਥੇ ਵਾਸਾ ਹੋਇਆ। ਸਾਨੂੰ ਮਨੁੱਖਾਂ ਨੂੰ ਉਹਨਾਂ ਦੈਂਤਾਂ ਤੋਂ ਆਜ਼ਾਦ ਕਰਾ ਕੇ ਸਾਡੀ ਆ ਧਰਤੀ ਦੇ ਦਿੱਤੀ। ਤੇ ਜਿਹੜੇ ਉਹ ਏਲੀਅਨ ਸਨ, ਕੁਝ ਕੁ ਮਾਰ ਦਿੱਤੇ ਤੇ ਬਾਕੀ ਦੇ ਬੱਚੇ ਆਪਣੇ ਪਤਾਲ ਨੂੰ ਦੌੜ ਗਏ। ਇਹ ਕਹਿੰਦੇ ਭਾਈ ਹੁਣ ਵੀ ਆ ਸਕਦੇ ਆ, ਪਰ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਤਖਤ ਤੇ ਬੈਠੇ ਆ ਤੇ ਆ ਕਲਗੀਧਰ ਸਾਹਿਬ ਜੀ ਦੀ ਰਚਨਾ ਪ੍ਰਕਾਸ਼ ਹੈ, ਉਹਨਾਂ ਚਿਰ ਉਹ ਇਸ ਸੰਸਾਰ 'ਚ ਨਹੀਂ ਆ ਸਕਦੇ। ਇਹ ਰੂਹਾਨੀ ਤਾਕਤ ਹੈ, ਇੱਕ ਓੰਕਾਰ ਜੋ ਹਾਈ ਕਮਾਨ ਹੈ ਕਰੋੜਾਂ ਬ੍ਰਹਮੰਡਾਂ ਦੀ, ਇਹ ਉਹਨਾਂ ਦਾ ਪੰਥ ਹੈ ਤੇ ਉਹਨਾਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਤਾਂ ਹੀ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਸ਼ਸਤਰਾਂ ਨਾਲ ਲੈਸ ਕਰਕੇ ਫੌਜ ਬਣਾਈ ਹੈ। ਇਹ ਧਰਮ ਦਾ ਪ੍ਰਚਾਰ ਪ੍ਰਸਾਰ ਹੋਵੇ, ਅੰਮ੍ਰਿਤ ਸੰਚਾਰ ਹੋਵੇ, ਹਰ ਕੋਈ ਸ਼ਸਤਰਧਾਰੀ ਹੋ ਕੇ ਅਕਾਲ ਪੁਰਖ ਦੇ ਹੁਕਮ ਵਿੱਚ ਵਿਚਰੇ। ਉਹ ਮਹਾਰਾਜ ਨੇ ਜਿਹੜਾ ਰਾਜ ਕਰੇਗਾ ਖਾਲਸਾ ਦਾ ਇੱਕ ਮਿਸ਼ਨ ਚਲਾ ਦਿੱਤਾ। ਕਹਿੰਦੇ ਸਾਰੇ ਵਿਸ਼ਵ 'ਤੇ ਲਾਗੂ ਹੋਵੇਗਾ। ਤਾਂ ਉਹ ਸਰਬਲੋ ਮਹਾਰਾਜ ਦੀ ਸਾਰੀ ਰਚਨਾ ਮਹਾਰਾਜ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਨਗੀਨਾ ਘਾਟ ਦੇ ਸਾਹਮਣੇ ਜੋ ਗੁਰੂ ਪੰਥ ਬੁੱਢਾ ਦਲ 5ਵਾਂ ਤਖਤ ਦਾ ਅਸਥਾਨ ਛਾਉਣੀ ਨਿਹੰਗਾਂ ਸਿੰਘਾਂ ਜੋ ਹੈ, ਉਹ ਸਥਾਨ ਦਾ ਨਾਮ ਹੀ ਸਰਬਲੋ ਬੁੰਗਾ। ਉੱਥੇ ਮਹਾਰਾਜ ਨੇ ਸ੍ਰੀ ਸਰਬਲੋ ਜੀ ਇਹ ਤੀਸਰੇ ਸਰੂਪ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਜਿਸ ਵਿੱਚ 4 ਯੁੱਗ, ਚਾਰੇ ਯੁੱਗਾਂ ਦਾ ਨਾਮ ਮਹਾਤਮ, 3 ਸਮੇਂ ਤੇ ਇਸੇ ਤਰ੍ਹਾਂ 10 ਦਿਸ਼ਾਵਾਂ, 4 ਕੁੰਟਾਂ ਤੇ ਖਾਲਸੇ ਪੰਥ ਦੀ ਸਾਰੀ ਜਿਤਨੀ ਮਰਜ਼ਾਦਾ ਹੈ ਉਹ ਇਸ ਤੀਜੇ ਗ੍ਰੰਥ ਦੇ ਵਿੱਚ ਰਚਨਾ ਕੀਤੀ। ਇਹ ਸਾਰੀ ਗੁਰੂ ਕੀ ਬਾਣੀ ਹੈ। ਇਹਦਾ ਸਬੂਤ ਹੈ ਕਿ ਜੋ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੇਦ ਸੀ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕਉ ਤੂੰ ਕਦਕਾ। ਉਹ ਵਾਹਿਗੁਰੂ ਕੌਣ ਹੈ, ਕਿਤਨਾ ਵੱਡਾ ਹੈ, ਇਹ ਜਾਣਨ ਦੀ ਤੇ ਇੱਛਾ ਹੀ ਰਹਿ ਗਈ ਸੀ। ਫਿਰ ਮਹਾਰਾਜ ਨੇ ਉਹ ਸਰਬਲੋ ਮਹਾਰਾਜ ਦੇ ਵਿੱਚ ਦਰਜ ਕਰ ਦਿੱਤਾ। ਵਾਹਿਗੁਰੂ ਨਾਮ ਮਹਾਤਮ ਦਾ ਬਹੁਤ ਵੱਡਾ ਪ੍ਰਸੰਗ ਆਉਂਦਾ ਸਰਬਲੋ ਗ੍ਰੰਥ ਅੰਦਰ। ਇਹ ਜਿਹੜਾ ਵਾਹਿਗੁਰੂ ਸ਼ਬਦ ਹੈ ਆਪਾਂ ਸਹਿਜੇ ਹੀ ਕਹਿ ਦਿੰਦੇ ਆ, ਪਰ ਇਹਦਾ ਅਸਰ ਕਿਤਨਾ ਵੱਡਾ ਹੈ, ਇਹਦਾ ਮਹਾਤਮ ਕਿਤਨਾ, ਬਹੁਤ ਵੱਡੀ ਵਾਰਤਾ ਹੈ। 4 ਯੁੱਗਾਂ ਦਾ ਨਾਮ ਮਹਾਤਮ ਹੈ ਵਾਹਿਗੁਰੂ ਸ਼ਬਦ, ਜੋ ਸਰਬਲੋ ਗ੍ਰੰਥ ਅੰਦਰ ਮਹਾਰਾਜ ਨੇ ਇਹ ਤੀਜੇ ਗ੍ਰੰਥ ਦੇ ਵਿੱਚ ਸੰਪੂਰਨਤਾ ਕਰ ਦਿੱਤੀ। ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸ਼੍ਰੀ ਆਦਿ ਗੁਰੂ ਗ੍ਰੰਥ ਸਾਹਿਬ, ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ, ਸ਼੍ਰੀ ਸਰਬਲੋ ਗੁਰੂ ਗ੍ਰੰਥ ਸਾਹਿਬ, ਇਹ ਤਿੰਨੇ ਸਰੂਪ ਇੱਕ ਦੂਸਰੇ ਦੇ ਨਾਲ ਅਭੇਦ ਨੇ ਤੇ ਪੂਰੀ ਇਹ ਰਚਨਾ ਇੱਕ ਇੱਕ ਅੱਖਰ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ। ਤਾਂ ਉਹ ਵਾਹਿਗੁਰੂ ਸ਼ਬਦ ਦਾ ਵਿਸਥਾਰ ਕਰਦਿਆਂ ਮਹਾਰਾਜ ਨੇ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ। ਵਿਸ਼ਨ ਪਦ ਪੁਨਿਆਕੀ ਰਾਗ ਹੈ ਤੇ ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਨੇ, ਇਸੇ ਤਰ੍ਹਾਂ ਸਰਬਲੋ ਗ੍ਰੰਥ ਮਹਾਰਾਜ ਦੀ ਰਚਨਾ ਵਿੱਚ 300 ਰਾਗ ਦਰਜ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ 52 ਤਰ੍ਹਾਂ ਦੀਆਂ ਭਾਸ਼ਾਵਾਂ, ਲੈਂਗੁਏਜ ਇਹ ਰਚਨਾ ਦੇ ਵਿੱਚ ਮਹਾਰਾਜ ਨੇ ਦਰਜ ਕੀਤਾ। 52 ਤਰ੍ਹਾਂ ਦੀ ਭਾਸ਼ਾ। ਆ ਜਿਹੜੇ ਅੱਜ ਕੱਲ੍ਹ ਦੇ ਆਧੁਨਿਕ ਨਾਮ ਆਪਾਂ ਗਨ ਪਿਸਟਲ ਕਹਿ ਦਿੰਦੇ ਹਾਂ ਹਥਿਆਰਾਂ ਨੂੰ, ਇਹ ਸਰਬਲੋ ਮਹਾਰਾਜ 'ਚ ਲਿਖੇ ਹੋਏ ਨੇ। ਇੰਗਲਿਸ਼ ਤੋਂ ਲੈ ਕੇ ਮਹਾਰਾਜ ਨੇ ਉਹ ਅਰਬੀ, ਤੋਰਕੀ, ਪਹਿਲਵੀ, ਪਸ਼ਤਵੀ, ਫਾਰਸੀ, ਉਰਦੂ, ਹਿੰਦੀ, ਪੰਜਾਬੀ, ਗੁਰਮੁਖੀ, ਇਹ ਜਿਤਨੇ ਸਰੂਪ ਨੇ 52 ਤਰ੍ਹਾਂ ਦੀਆਂ ਭਾਸ਼ਾਵਾਂ ਸਰਬਲੋ ਗ੍ਰੰਥ ਦੀ ਰਚਨਾ ਵਿੱਚ ਮਹਾਰਾਜ ਨੇ ਦਰਜ ਕੀਤੀਆਂ। ਤੇ ਵਾਹਿਗੁਰੂ ਨਾਮ ਦਾ ਮਹਾਤਮ ਦੱਸਦਿਆਂ
ਵਿਸ਼ਨ ਪਦ ਪੁਨਿਆਕੀ ਕਨਿਸ਼ਟ ਖੰਭਾਏ 'ਚ ਇਹ ਵਚਨ ਦਰਜ ਕੀਤੇ। ਕਲਪ ਕਲਪ ਪ੍ਰਤਿਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਸਾ ਮੰਤਰ ਪ੍ਰਭ ਖਾਲਸਾ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਕਲਪ ਕਹਿੰਦੇ ਆ 4 ਯੁੱਗਾਂ ਦਾ ਇੱਕ ਸੈੱਟ, ਉਹਨੂੰ ਕਲਪ ਕਹਿੰਦੇ ਆ। 36 ਯੁੱਗ ਉਹਨੂੰ ਇੱਕ ਕਲਪ ਕਹਿੰਦੇ ਆ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਵਾਹਿਗੁਰੂ ਸ਼ਬਦ ਆਪਾਂ ਨੂੰ ਦਿੱਤਾ ਨਾ, ਉਹਦਾ ਇੱਕ ਇੱਕ ਅੱਖਰ ਮਹਾਰਾਜ ਨੇ 36 ਯੁੱਗ ਜਾਪ ਕਰਕੇ ਚਾਰਜ ਕੀਤਾ। ਇੱਕ ਅੱਖਰ ਕੀ ਹੈ? ਬਾਬਾ ਵਾਸਦੇਵ। ਇਹ ਸਤਿਯੁਗ ਦਾ ਮੰਤਰ ਸੀ। ਵਿਸ਼ਨੂੰ ਜੀ ਨੂੰ ਮਿਲਿਆ ਅਕਾਲ ਪੁਰਖ ਵੱਲੋਂ ਕਿ ਜਾਓ ਸਤਿਯੁਗ ਦੇ ਵਿੱਚ ਵਾਸਦੇਵ ਵਾਸਦੇਵ ਜਪਾਓ, ਜੀਵਾਂ ਦਾ ਕਲਿਆਣ ਹੋਵੇਗਾ, ਗਤੀ ਪ੍ਰਾਪਤ ਹੋਵੇਗੀ। ਉਹ ਯੁੱਗ ਦੇ ਅਵਤਾਰ ਸੀਗੇ ਵਿਸ਼ਨੂੰ ਜੀ, ਤੇ ਵਾਸਦੇਵ ਉਸ ਯੁੱਗ ਦਾ ਨਾਮ ਸੀ। ਫਿਰ ਦੁਆਪਰ ਯੁੱਗ ਆਇਆ, ਉਹਦੇ ਅਵਤਾਰ ਹੋਏ ਸ੍ਰੀ ਕ੍ਰਿਸ਼ਨ ਜੀ ਜਾਦਵਾਂ ਦੀ ਕੁਲ ਵਿੱਚੋਂ, ਤੇ ਉਹਨਾਂ ਨੂੰ ਨਾਮ ਮਿਲਿਆ ਅਕਾਲ ਪੁਰਖ ਵੱਲੋਂ ਹਰੇ 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 ਹਰੇ। ਕਹਿੰਦੇ ਜਾਓ ਸੰਸਾਰ ਨੂੰ ਇਹ ਹਰੇ ਹਰੇ ਨਾਮ ਜਪਾਓ ਤੇ ਦੁਆਪਰ ਯੁੱਗ ਦੇ ਵਾਸੀਆਂ ਦਾ ਕਲਿਆਣ ਕਰੋ। ਉਸ ਯੁੱਗ ਦੇ ਭਾਈ ਉਹ ਗੁਰੂ ਸਨ, ਅਵਤਾਰ ਸਨ। ਫਿਰ ਤ੍ਰੇਤਾ ਯੁੱਗ ਆਇਆ, ਉਹਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਅਯੁੱਧਿਆ, ਤੇ ਇਸੇ ਤਰ੍ਹਾਂ ਜਿਨ੍ਹਾਂ ਨੇ ਰਾਵਣ ਦਾ ਵੱਧ ਕੀਤਾ, ਇਸੇ ਤਰ੍ਹਾਂ ਲੰਕਾ ਨੂੰ ਫਤਿਹ ਕੀਤਾ। ਹੋਰ ਬੜਾ ਵੱਡਾ ਜੀਵਨ ਵਰਤਾਂਤ ਦਾ ਸਾਰੇ ਪੱਖ ਹੀ ਦੱਸੇ ਨੇ ਮਹਾਰਾਜ ਨੇ ਦਸਮ ਗੁਰੂ ਗ੍ਰੰਥ ਸਾਹਿਬ ਦੇ 24 ਅਵਤਾਰਾਂ 'ਚ। ਪਰ ਫਿਲਹਾਲ ਜਿਹੜਾ ਵਿਸ਼ਾ ਹੈ ਉਹ ਵਾਹਿਗੁਰੂ ਸ਼ਬਦ, ਭਾਵ ਦੁਆਪਰ ਯੁੱਗ ਦੇ ਅਵਤਾਰ ਨੂੰ ਹਰੇ ਸ਼ਬਦ ਮਿਲਿਆ ਕਿ ਦੁਆਪਰ ਦੇ ਵਾਸੀਆਂ ਨੂੰ ਹਰੇ ਹਰੇ ਜਪਾਓ ਤੇ ਉਹਨਾਂ ਦੀ ਕਲਿਆਣ ਕਰੋ। ਉਹਨਾਂ ਦੇ ਉਹ ਗੁਰੂ ਸਨ। ਫਿਰ ਤ੍ਰੇਤਾ ਯੁੱਗ ਆਇਆ, ਰਾਮਚੰਦਰ ਜੀ ਉਸ ਯੁੱਗ ਦੇ ਅਵਤਾਰ ਹੋਏ, ਰਾਮ ਸ਼ਬਦ ਮਿਲਿਆ, ਉਹਨਾਂ ਨੇ ਰਾਮ ਰਾਮ ਜਪਾਇਆ, ਹਰੇ ਰਾਮ ਹਰੇ ਰਾਮ। ਤੇ ਇਸੇ ਤਰ੍ਹਾਂ ਹੁਣ ਜਿਹੜਾ ਯੁੱਗ ਹੈ ਉਹ ਹੈ ਕਲਯੁੱਗ। ਤੇ ਕਲਯੁੱਗ ਦਾ ਅਵਤਾਰ ਕੌਣ ਹੈ? ਜੋਤ ਰੂਪ ਹਰ ਆਪ ਸ਼੍ਰੀ ਨਾਨਕ ਕਹਾਇਓ। ਸਾਰੇ ਮੁਬਾਰਕ ਨੇ ਆਪੋ ਆਪਣੀ ਜਗ੍ਹਾ ਆਪੋ ਆਪਣਾ ਯੁੱਗ ਭੁਗਤਾ ਕੇ ਗਏ ਨੇ। ਆਪਣੇ ਧਰਮ ਦਾ ਅਦਬ ਰੱਖੋ ਤੇ ਦੂਸਰੇ ਦੀ ਕੋਈ ਜਿਵੇਂ ਨਖੇਦੀ ਜਾਂ ਉਹ ਗੁਰਮਤ ਦਾ ਵਿਸ਼ਾ ਨਹੀਂ ਹੈ। ਸਾਰੇ ਆਪੋ ਆਪਣੀ ਜਗ੍ਹਾ ਮੁਬਾਰਕ ਨੇ। ਇੱਕ ਫੁੱਲਵਾੜੀ ਆ ਪਰਮੇਸ਼ਰ ਦੀ, ਇੱਕ ਕਮਲ ਫੁੱਲ ਹੈ, ਇੱਕ ਹੋਰ ਸ਼੍ਰੇਣੀਆਂ 'ਚ ਆਉਂਦੇ ਨੇ, ਕੋਈ ਗੁਲਾਬ ਹੈ। ਸਭ ਦੀ ਆਪੋ ਆਪਣੀ ਖੁਸ਼ਬੂ ਹੈ ਤੇ ਰੰਗ ਰੂਪ ਹੈ, ਮਹੱਤਵ ਹੈ। ਇਸੇ ਤਰ੍ਹਾਂ ਇਹ ਧਰਤੀ ਧਰਮਸ਼ਾਲ ਹੈ। ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਪਰ ਇਹ ਧਰਮ ਦੀ ਸ਼ਾਲਾ 'ਚ ਕਲਯੁੱਗ ਦੇ ਵਿੱਚ ਸਭ ਤੋਂ ਉੱਤਮ ਧਰਮ ਉਹ ਖੁਦ ਅਕਾਲ ਪੁਰਖ ਦਾ, ਉਹ ਆ ਖਾਲਸਾ ਪੰਥ ਸਿੱਖ ਧਰਮ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਮਹਾਰਾਜ ਕਹਿੰਦੇ ਭਾਈ ਉਹ ਸਾਰੇ ਨਾਮ ਵੀ ਸੱਚੇ ਨੇ, ਉਹ ਅਵਤਾਰ ਵੀ ਸੱਚੇ ਨੇ। ਪਰਮੇਸ਼ਰ ਦੇ ਹੁਕਮ 'ਚ ਆਏ, ਆਪਣੀ ਕਾਰਗੁਜ਼ਾਰੀ ਭੁਗਤਾ ਗਏ। ਪਰ ਹੁਣ ਕਲਯੁੱਗ ਹੈ। ਅਬ ਕਲੂ ਆਇਓ ਰੇ, ਇੱਕ ਨਾਮ ਬੋ ਬਹੁ। ਮਹਾਰਾਜ ਕਹਿੰਦੇ ਹੁਣ ਸਤਿਯੁਗ ਨਹੀਂ ਹੈ, ਨਾ ਹੀ ਹੁਣ ਤ੍ਰੇਤਾ ਹੈ। ਫਿਲਹਾਲ ਕਲਯੁੱਗ ਚੱਲ ਰਿਹਾ ਹੈ। ਅਬ ਕਲੂ ਆਇਓ ਰੇ। ਇਸ ਕਰਕੇ ਇਹਦੇ 'ਚ ਇਕੱਲੇ ਨਾਮ ਦਾ ਮਹਾਤਮ ਹੈ। ਕੋਈ ਅੱਲਾ ਅੱਲਾ ਜਪੇ, ਕੋਈ ਰਾਮ ਗੌਡ ਆਪੋ ਆਪਣਾ ਧਰਮ ਸਾਂਭੇ, ਉਹਦਾ ਹੀ ਮਹਾਤਮ ਮਿਲਣਾ ਉਹਨੂੰ। ਤੇ ਇਸ ਕਰਕੇ ਇਹ ਨਾਮ ਦੇ ਮਹਾਤਮ ਦਾ ਯੁੱਗ ਹੈ, ਕਲਾ ਦਾ ਯੁੱਗ ਹੈ। ਤਾਂ ਸਤਿਗੁਰਾਂ ਨੇ ਆਧੁਨਿਕ ਇੱਕ ਵਿਗਿਆਨਕ ਧਰਮ ਦਿੱਤਾ ਸਾਨੂੰ, ਆ ਸਿੱਖ ਧਰਮ, ਜਿਹੜਾ ਕੁਦਰਤ ਦੇ ਨਿਯਮਾਂ ਅਨੁਸਾਰ ਵੀ ਅਕਾਲ ਪੁਰਖ ਦੀ ਕੁਦਰਤ ਵਿੱਚ ਪ੍ਰਮਾਣਿਤ ਹੈ। ਜਿਹੋ ਜਿਹਾ ਸਰੂਪ ਕੁਦਰਤ ਨੇ ਬਣਾਤਾ, ਸਤ ਕਰੇ ਜਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਓ। ਮਹਾਰਾਜ ਕਹਿੰਦੇ ਉਹ ਨਾ ਡਰੇ। ਫਿਰ ਸਕਲ ਸੂਰਤ ਜਿਹੋ ਜਿਹੀ ਕੁਦਰਤ ਨੇ ਬਣਾਤੀ, ਉਹਨੂੰ 5 ਕਕਾਰਾਂ ਨਾਲ ਢੱਕ ਲਵੇ ਤੇ ਅਕਾਲ ਪੁਰਖ ਦੀ ਬੰਦਗੀ ਵਿੱਚ ਜੁੜ ਜਾਵੇ। ਮਹਾਰਾਜ ਕਹਿੰਦੇ ਉਹ ਨਾ ਡਰੇ। ਜਿਹੜਾ ਕੁਦਰਤ ਦੇ ਅਨੁਸਾਰ ਰਹਿੰਦਾ, ਕੁਦਰਤ ਉਹਦੀ ਸੁਰੱਖਿਆ ਵੀ ਕਰਦੀ ਹੈ। ਉਹਨੂੰ ਨੇਚਰ ਵੇ ਸਿਕਿਉਰਿਟੀ ਕਹਿੰਦੇ ਆ, ਗੁਪਤ ਰੱਖਿਆ। ਅਚਾਨਕ ਰੱਖਿਆ ਹੋ ਜਾਣੀ ਉਹ ਕੁਦਰਤ ਕਰਦੀ ਹੈ। ਏਕਾ ਮਾਈ
ਤੇ ਜੇ ਅਸੀਂ ਕੁਦਰਤ ਨਾਲ ਵੈਰ ਹੀ ਪਾਇਆ ਹੋਇਆ, ਕੁਦਰਤ ਦੀ ਸ਼ਕਲ ਸੂਰਤ ਵਿਗਾੜਨ 'ਤੇ ਹੀ ਲੱਗੇ ਹੋਏ, ਫਿਰ ਹਾਨੀਕਾਰਕ ਵੀ ਹੈ। ਆ ਕੇਸਾਂ ਦਾ ਹੀ ਮਹੱਤਵ ਲਾ ਲਓ। ਮਹਾਰਾਜ ਨੇ ਕਿਉਂ ਗੁਰੂ ਕੀ ਮੋਹਰ ਕਿਹਾ। ਆ ਹੁਣ ਸੂਰਜੀ ਸਿਸਟਮ ਚੱਲ ਰਹੇ ਨੇ ਸੰਸਾਰ 'ਚ, ਸੂਰਜ ਦੀ ਰੋਸ਼ਨੀ ਨੂੰ ਬਦਲ ਕੇ ਇੱਕ ਊਰਜਾ ਬਣਾ ਕੇ ਦੇਣੀ। ਇਸੇ ਤਰ੍ਹਾਂ ਜਿਹੜੇ ਸਿਰ 'ਤੇ ਕੇਸ ਨੇ, ਇਹ ਸੂਰਜੀ ਸਿਸਟਮ ਹੈ ਅਕਾਲ ਪੁਰਖ ਦਾ। ਪਹਿਲਾਂ ਤਾਂ ਇਹ ਦਿਮਾਗ 'ਤੇ ਪੈਣ ਵਾਲੀ ਤਪਸ਼ ਨੂੰ ਰੋਕਦੇ ਨੇ, ਫਿਰ ਉਹ ਤਪਸ਼ ਨੂੰ ਬਦਲ ਕੇ ਸਰੀਰ ਲਈ ਊਰਜਾ ਬਣਾ ਦਿੰਦੇ ਆ। ਤਾਂ ਇਹ ਕੁਦਰਤ ਨੇ ਇਹਨਾਂ ਦੀ ਰਚਨਾ ਕੀਤੀ ਹੈ। ਇਹਨਾਂ ਨੂੰ ਵਿਗਾੜ ਕੇ ਆਪਣਾ ਹੀ ਨੁਕਸਾਨ ਹੈ। ਇਸ ਕਰਕੇ ਆਦਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਹੁਕਮ ਹੈ, ਸਾਬਤ ਸੂਰਤ ਦਸਤਾਰ ਸਿਰਾ। ਤਾਂ ਮਹਾਰਾਜ ਨੇ ਕੁਦਰਤ ਨਾਲ, ਪੰਜ ਕਕਾਰਾਂ ਨਾਲ ਸੁਰੱਖਿਆ ਕਰ ਦਿੱਤੀ ਸਰੀਰ ਦੀ ਤੇ ਸਾਰੇ ਆਤਮਾ ਦੇ ਖਜ਼ਾਨੇ ਦੀ। ਤਾਂ ਉਹ ਸਰਬਲੋ ਗ੍ਰੰਥ ਦੇ ਅੰਦਰ ਖਾਲਸਾ ਪਦਵੀ ਦਾ ਵਰਣਨ ਕੀਤਾ। ਮਹਾਰਾਜ ਕਹਿੰਦੇ ਵਾਹਿਗੁਰੂ ਮਹਾਤਮ ਇਤਨਾ ਵੱਡਾ ਹੈ, ਚਾਰੇ ਯੁੱਗਾਂ ਦੀ ਸ਼ਕਤੀ ਇਕੱਠੀ ਕਰਕੇ ਇੱਕ ਵਾਹਿਗੁਰੂ ਸ਼ਬਦ ਬਣਾ ਦਿੱਤਾ। ਵਾਸਦੇਵ ਹਰੇ ਗੋਬਿੰਦ ਰਾਮ ਜੀ ਮਹਾਰਾਜ, ਵਾਸਦੇਵ ਹਰੇ ਗੋਬਿੰਦ ਰਾਮ, ਇਹ ਚਾਰ ਯੁੱਗਾਂ ਦੇ ਮੰਤਰ ਨੇ। ਵਾਹ ਵਾਹ ਹਾ ਹਾ ਗੱਗਾ ਰਾਰਾ, ਚਾਰਾਂ ਨੂੰ ਇਕੱਠੇ ਕਰਕੇ ਚਾਰੋਂ ਮਿਲ ਵਾਹਿਗੁਰੂ ਉਚਾਰ। ਮਹਾਰਾਜ ਕਹਿੰਦੇ ਪਹਿਲਾਂ ਅਵਤਾਰਾਂ ਨੂੰ ਸ਼ਕਤੀਆਂ ਦਿੱਤੀਆਂ ਸੀ ਨਾ, ਕਿਸੇ ਨੂੰ 14 ਕਲਾ, ਕਿਸੇ ਨੂੰ 18 ਕਲਾ, 16 ਕਲਾ, 16 ਕਲਾ ਸੰਪੂਰਨ ਚੜ੍ਹਿਆ, ਅੰਤ ਕਲਾ ਹੋਏ ਠਾਕੁਰ ਚੜ੍ਹਿਆ। ਮਹਾਰਾਜ ਦੇ ਬਚਨ ਨੇ 16 ਕਲਾ ਸੰਪੂਰਨ ਫਲਿਆ, ਉਹ ਵੀ ਪਿਛਲੇ ਯੁੱਗਾਂ 'ਚ ਫਲ ਗਏ ਨੇ। ਪਰ ਜਿਹੜਾ ਇਸ ਯੁੱਗ 'ਚ ਆਇਆ ਉਹ ਅੰਤ ਕਲਾ ਹੋਏ ਠਾਕੁਰ ਚੜ੍ਹਿਆ। ਉਹ ਸਾਰੀਆਂ ਕਲਾ ਦਾ ਖੁਦ ਮਾਲਕ ਆਪ ਅਕਾਲ ਪੁਰਖ ਗੋਬਿੰਦ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤਾਂ ਕਰਕੇ ਚਾਰ ਯੁੱਗਾਂ ਦਾ ਇਹ ਮੰਤਰ ਵਾਹਿਗੁਰੂ ਗੁਰਮੰਤਰ ਹੈ। ਜਪ ਹਉਮੈ ਖੋਈ, ਇਹਦੀ ਪੂਰੀ ਕਥਾ ਸਰਬਲੋ ਗ੍ਰੰਥ ਅੰਦਰ ਦਰਜ ਕੀਤੀ। ਤਾਂ ਇਤਨਾ ਵੱਡਾ ਖਜ਼ਾਨਾ ਸਤਿਗੁਰਾਂ ਨੇ ਇਹਨਾਂ ਤਿੰਨ ਸਰੂਪਾਂ ਦੇ ਵਿੱਚ ਦਿੱਤਾ। ਤੇ ਆਹ ਜਿਹੜੇ ਅੱਜ ਕੱਲ੍ਹ ਦੇ ਵਿਗਿਆਨਕ ਬੱਚੇ ਨੇ ਉਹ ਵੀ ਸੁਣ ਲਓ ਭਾਈ, ਆਹ ਜਿਹੜੇ ਏਲੀਅਨ ਕਹਿੰਦੇ ਆ ਨਾ, ਉਹ ਸਰਬਲੋ ਮਹਾਰਾਜ ਨੇ ਖਤਮ ਕੀਤੇ ਸਨ। ਉਹੀ ਅਵਤਾਰ ਹੋਇਆ, ਉਹਦੀ ਕਥਾ ਕਲਗੀਧਰ ਜੀ ਨੇ ਇਹ ਗ੍ਰੰਥ ਦੇ ਵਿੱਚ ਦਰਜ ਕਰ ਦਿੱਤੀ। ਤਾਂ ਕਰਕੇ ਹਰ ਯੁੱਗ ਦੇ ਵਿੱਚ ਹੀ ਅਕਾਲ ਪੁਰਖ ਅਵਤਾਰ ਧਾਰਨ ਕਰਦੇ ਨੇ ਤੇ ਸਾਡੀ ਸੁਰੱਖਿਆ ਕਰਦੇ ਨੇ। ਇਸ ਯੁੱਗ ਦੇ ਅਵਤਾਰ ਨੇ ਗੁਰੂ ਨਾਨਕ ਦੇਵ ਸਾਹਿਬ, ਜਿਨ੍ਹਾਂ ਦੇ 12 ਸਰੂਪ ਹਨ, 10 ਪਾਤਸ਼ਾਹੀਆਂ, 11ਵਾਂ ਗੁਰੂ ਪੰਥ ਖਾਲਸਾ ਤੇ 12ਵੇਂ ਕਰੋੜਾਂ ਬ੍ਰਹਮੰਡਾਂ ਦੀ ਸਹਿਬੀ ਦੇ ਮਾਲਕ, ਸ਼ਬਦਾ ਅਵਤਾਰ ਸਰਕਾਰੇ ਕੁੱਲ ਆਲਮ, ਸ਼ਾਹੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਜੁਗੋ ਜੁਗੋ ਟਲ ਸਤਿਗੁਰੂ ਨੇ, ਕਿਉਂਕਿ ਸੱਚ ਪੁਰਾਣਾ ਹੋਵੇ ਨਹੀਂ। 500 ਸਾਲ ਪਹਿਲਾਂ ਜਿਨ੍ਹਾਂ ਨੇ ਬਾਣੀ ਪੜ੍ਹੀ ਉਹ ਵੀ ਤਰ ਗਏ, ਅੱਜ ਆਪਾਂ ਵੀ ਤਰ ਰਹੇ ਹਾਂ। ਹਜ਼ਾਰਾਂ ਸਾਲ ਬਾਅਦ ਆਉਣ ਵਾਲਿਆਂ ਦਾ ਵੀ ਕਲਿਆਣ ਕਰੇਗੀ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਸੱਚ ਪੁਰਾਣਾ ਹੋਵੇ ਨਹੀਂ, ਇਹ ਸੱਚ ਹੈ। ਸੱਚ ਕੀ ਬਾਣੀ ਨਾਨਕ ਆਖੈ, ਇਹ ਦਰਗਾਹੀ ਪੈਗਾਮ ਹੈ ਸਤਿਗੁਰਾਂ ਦਾ ਸਭ ਜੀਵਾਂ ਨੂੰ ਆ ਸੰਸਾਰ ਸਾਗਰ 'ਚੋਂ ਉਬਾਰਨ ਵਾਸਤੇ। ਤਾਂ ਇਹ ਤਿੰਨ ਸਰੂਪ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀ ਸਰਬਲੋ ਗ੍ਰੰਥ ਸਾਹਿਬ, ਇਹ ਤਿੰਨ ਸਰੂਪ ਗੁਰੂ ਕੀ ਬਾਣੀ ਦੇ ਹਨ। 2 ਸਰੂਪ ਜਿਹੜੇ ਹੋਰ ਪਹਿਲੇ ਨੇ ਭਾਈ ਸ਼੍ਰੀਮਾਨ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ ਵਾਰਾਂ ਨੇ ਕਵਿਤ ਸਵਈਏ ਗੁਰਸਿੱਖੀ ਦੀ ਰਚਨਾ, ਜਿਹੜੀ ਗੁਰੂ ਘਰ 'ਚੋਂ ਸਿੱਖੀ ਉਹ ਲਿਖ ਵੀ ਦਿੱਤੀ ਸਾਡੇ 'ਤੇ ਪਰਉਪਕਾਰ ਕਰਨ ਲਈ। ਤੇ ਫਿਰ ਗੁਰਬਾਣੀ ਦੇ ਲਿਖਾਰੀ ਨੇ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਉਹਨਾਂ ਨੇ ਨਸੀਹਤ ਜੋ ਗੁਰੂ ਦਰ ਤੋਂ ਪ੍ਰਾਪਤ ਹੋਈ ਉਹ ਇਹਨਾਂ ਆਪਣੀਆਂ ਰਚਨਾਵਾਂ 'ਚ ਰਚ ਦਿੱਤੀ ਕਿ ਗੁਰੂ ਕਾ ਸਿੱਖ ਕੈਸਾ ਹੋਗਾ। ਹਰ ਧਰਮ ਦੀ ਤੇ ਦੁਨੀਆ ਦੇ ਹਰ ਪੱਖ ਦੀ ਨਜ਼ਰ ਇੱਕ ਦੀਦਾਰ ਕਰਵਾ ਦਿੱਤਾ ਉਹਨਾਂ ਨੇ ਆਪਣੀ ਰਚਨਾ 'ਚ। ਤੇ ਇਹ ਵੀ ਨਾਲ ਬੇਨਤੀ ਹੈ
ਸਤਿਗੁਰਾਂ ਨੇ ਪ੍ਰਮਾਣਿਤ ਕਰ ਦਿੱਤਾ। ਕਹਿੰਦੇ ਗੁਰਬਾਣੀ ਦੇ ਗੂੜ ਰਹੱਸਾਂ ਤੇ ਰਮਜ਼ਾਂ ਦੇ ਖਜ਼ਾਨੇ ਦੀ ਭਾਈ ਗੁਰਦਾਸ ਦੀ ਰਚਨਾ ਚਾਬੀ ਹੋਵੇਗੀ। ਗੁਰਬਾਣੀ ਦੇ ਉਹਨਾਂ ਗੂੜ ਰਹੱਸਾਂ ਦੀ ਸਮਝ ਭਾਈ ਗੁਰਦਾਸ ਜੀ ਦੀ ਸਿੱਖੀ ਨਜ਼ਰ ਦੁਆਰਾ ਹੀ ਇਲਮ ਹੋਵੇਗਾ। ਤੇ ਹੂੜ ਮਤ ਦੁਆਰਾ ਆ ਗੁਰੂ ਰਚਨਾਵਾਂ ਦਾ ਅੰਤ ਨਹੀਂ ਮਿਲਦਾ। ਗੁਰਮਤਿ ਦੁਆਰਾ ਪਤਾ ਲੱਗਦਾ ਕਿ ਬੇਅੰਤ 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 ਕੋ ਕਰੰਤ ਪਾਠ ਵੇਖੀਐ, ਕਿ ਜੋ ਤਿੰਨਾਂ ਸਮਿਆਂ ਦੇ ਵਿੱਚ, ਤਿੰਨਾਂ ਲੋਕਾਂ ਦੇ ਵਿੱਚ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਜੋ ਬੇਅੰਤ ਹੈ ਉਹ ਗੁਰਬਾਣੀ ਕਰਦਿਆਂ ਨੂੰ ਦਿਸ ਜਾਂਦਾ। ਉਹਨੂੰ ਕਹਿੰਦੇ ਨੇ ਅਨੁਭਵ ਪ੍ਰਕਾਸ਼। ਉਹ ਸੁਰਤੀ 'ਚ ਅਨੁਭਵ ਹੁੰਦਾ। ਤੇ ਭਗਤਾਂ ਨੇ ਕਿਹਾ ਹੈ ਤਾਂ ਸਹੀ ਲਖੈ ਜੋ ਕੋਈ। ਗੁਰਬਾਣੀ ਦਾ ਇਹ ਮਹੱਤਵ ਹੈ। ਹੁਣ ਆਨੰਦ ਸਾਹਿਬ ਪੜ੍ਹਦੇ ਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਆ ਗੁਰੂ ਕੀ ਨਜ਼ਰ ਹੈ। ਇਹਦੇ ਨਾਲ ਦੁਨੀਆ ਨੂੰ ਵੇਖੋ। ਕਹਿੰਦੇ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਤੇ ਇੱਥੇ ਹੀ ਫਰਜ਼ ਕਰ ਲਓ, ਹਰ ਕੋਈ ਇੱਕ ਦੂਜੇ ਨੂੰ ਹਰੀ ਦਾ ਰੂਪ ਹੀ ਜਾਣੇ। ਆਪਣੇ ਮਾਤਾ ਪਿਤਾ, ਭੈਣ ਭਰਾਵਾਂ, ਪਿਤਾ ਬਜ਼ੁਰਗਾਂ ਦਾ ਅਦਬ ਸਤਿਕਾਰ ਹਰ ਕੋਈ ਸੱਚ ਦੀ ਦਹਲੀਜ਼ 'ਤੇ ਕਾਇਮ ਰੱਖੇ ਤੇ ਇਹਨੂੰ ਪਰਮੇਸ਼ਰ ਦਾ ਰੂਪ ਜਾਣੇ। ਤੇ ਹੋਰ ਕੋਈ ਦੂਜਾ ਸੱਚਖੰਡ ਨਹੀਂ ਹੈ। ਉਹ ਐਸੇ ਸਰੂਪ ਨੂੰ ਹੀ ਸੱਚਖੰਡ ਕਿਹਾ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤਿਹ ਠਾਓ। ਗਮਾਂ ਤੋਂ ਉੱਪਰ ਗੁਰੂ ਦੇ ਹੁਕਮ ਤੇ ਭਾਣੇ ਤੇ ਸੱਚ ਤੇ ਚੱਲਦਿਆਂ ਉਹ ਜੀਵਨ ਦਾ ਜਿਹੜਾ ਅਨੁਭਵ ਤੇ ਆਨੰਦ ਹੈ ਉਹ ਹੀ ਬੇਗਮਪੁਰਾ ਹੈ। ਇਸ ਕਰਕੇ ਉਹ ਸੇਵਾ ਤੇ ਸਿਮਰਨ ਤੋਂ ਜਿਹੜਾ ਆਨੰਦ ਪ੍ਰਾਪਤ ਹੁੰਦਾ ਹੈ। ਜਿਵੇਂ ਹਮਾਜੂ ਪੰਛੀ ਦੇ ਪੰਖ ਜਿਹੜੇ ਤੀਰਾਂ ਨੂੰ ਉਹਦੇ ਦੇਸ਼ ਵਿੱਚ ਲੈ ਗਏ, ਕਲਗੀਧਰ ਜੀ ਕਹਿੰਦੇ ਇਉਂ ਹੀ ਗੁਰਬਾਣੀ ਦਾ ਜਾਪ ਤੇ ਨਾਮ ਦਾ ਸਿਮਰਨ ਆਤਮਾ ਨੂੰ ਪਰਮਾਤਮਾ ਵਿੱਚ ਲੈ ਜਾਂਦਾ ਹੈ। ਇਸ ਕਰਕੇ ਭਾਈ ਇਹ ਚੌਥੀ ਰਚਨਾ ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਇਹ ਅਕਾਲੀ ਰਚਨਾ ਮਹਾਰਾਜ ਨੇ ਸਨਮਾਨਿਤ ਤੇ ਪ੍ਰਮਾਣਿਤ ਕਰ ਦਿੱਤੀ। ਪੰਜਵੀਂ ਰਚਨਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ, ਤਾਸ਼ ਕੁਲ ਅਸ਼ਰਾਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਆ ਰਚਨਾ ਕਰਨ ਵਾਲਾ ਕਵੀ ਭਾਈ ਨੰਦ ਲਾਲ, ਲਾਲ ਸਗ ਗੁਲਾਮ ਗੁਰੂ ਗੋਬਿੰਦ ਸਿੰਘ। ਇਹ ਆਖਰੀ ਸ਼ਬਦ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਤੇ ਭਾਈ ਨੰਦ ਲਾਲ ਨਾਲ ਥੋੜੀ ਜਿਹੀ ਮੁਲਾਕਾਤ ਹੋਵੇ। ਪਹਿਲਾਂ ਇਹ ਬਹਾਦਰ ਸ਼ਾਹ ਦੇ ਮੁਨਸ਼ੀ ਸੀ। ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ, ਸਾਰੇ ਸ਼ਹਿਜ਼ਾਦਿਆਂ 'ਚੋਂ ਪੜ੍ਹਿਆ ਲਿਖਿਆ ਤੇ ਦਿਮਾਗੀ ਬੰਦਾ ਜਾਣਿਆ ਜਾਂਦਾ ਸੀ। ਔਰੰਗਜ਼ੇਬ ਨੇ ਬੜੇ ਬੜੇ ਕਾਜੀ ਮਲਾਣੇ ਇਹਦੇ ਨਿਵਾਸ ਅਸਥਾਨ 'ਤੇ ਰੱਖ ਕੇ ਇਹਨੂੰ ਪੜ੍ਹਾਉਂਦੇ ਰਹੇ। ਪਹਿਲਾਂ ਤੋਂ ਨਜ਼ਰ ਸੀ ਇਹਦੇ 'ਤੇ ਔਰੰਗਜ਼ੇਬ ਦੀ ਵੀ ਇਹ ਮੇਰਾ ਕਾਬਲ ਬੱਚਾ ਹੈ। ਮਾਤਾ ਪਿਤਾ ਨੂੰ ਇਲਮ ਹੁੰਦਾ ਕਿ ਯੋਗ ਕਿਹੜਾ, ਤੇ ਉਹਨੇ ਵੀ ਬੜੀ ਤਵੱਜੋ ਦੇ ਕੇ ਇਹਨੂੰ ਸਾਰੀ ਤਾਲੀਮ ਦਵਾਈ ਬਹਾਦਰ ਸ਼ਾਹ ਨੂੰ। ਇੱਕ ਦਿਨ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਸ਼ਰੀਫ ਦਾ ਇੱਕ ਸ਼ਬਦ, ਉਹਦਾ ਅਰਥ ਅਸਲ ਵਿੱਚ ਔਰੰਗਜ਼ੇਬ ਵੀ ਨਹੀਂ ਜਾਣਦਾ ਸੀ। ਉਹਨੇ ਕਿਹਾ ਵੀ ਇਹਨੂੰ ਇੰਨਾ ਪੜ੍ਹਾਉਣ ਦਾ ਕੀ ਫਾਇਦਾ, ਨਾਲੇ ਇਹਦੀ ਪਰਖ ਕਰਦੇ ਆ। ਭਰੇ ਦਰਬਾਰ 'ਚ ਕਹਿੰਦਾ ਬਹਾਦਰ ਸ਼ਾਹ ਆਹ ਕੁਰਾਨ ਸ਼ਰੀਫ ਦੇ ਸ਼ਬਦ ਦਾ ਅਰਥ ਸੁਣਾ। ਤੇ ਜਦੋਂ ਉਹਦੇ ਪਿਤਾ ਨੂੰ ਨਹੀਂ ਪਤਾ ਸੀ ਫਿਰ ਉਹਨੂੰ ਕਿੱਥੋਂ ਹੋਵੇ। ਉਹ ਕਹਿੰਦਾ ਜੀ ਵੀ ਇਹ ਅਰਥ ਬੜਾ ਮਹਿੰਗਾ ਹੈਗਾ, ਇਹਦੀ ਮੈਂ ਵਿਚਾਰ ਤੁਹਾਨੂੰ ਕੱਲ੍ਹ ਦੇ ਦਰਬਾਰ 'ਚ ਸੁਣਾਵਾਂਗਾ। ਕਹਿੰਦੇ ਚਲੋ ਇਹ ਵੀ ਠੀਕ ਹੈ। ਚਲਾ ਗਿਆ, ਬੜਾ ਉਦਾਸ ਵੀ ਹੈ। ਨੰਦ ਲਾਲ ਇਹਦਾ ਮੁਨਸ਼ੀ ਸੀਗਾ ਬਹਾਦਰ ਸ਼ਾਹ ਦਾ। ਉਹ ਕਹਿੰਦਾ ਸ਼ਾਹ
ਅੱਜ ਤੇਰੇ ਚਿਹਰੇ 'ਤੇ ਉਦਾਸੀ ਹੈ। ਉਹ ਕਹਿੰਦਾ ਵੀ ਕਾਰਨ ਇਹਦਾ ਇਹ ਹੈ ਬਈ ਕੁਰਾਨ ਸ਼ਰੀਫ ਦਾ ਇੱਕ ਸ਼ਬਦ ਮੇਰੇ ਪਿਤਾ ਨੇ ਪੁੱਛਿਆ, ਇੰਨੀ ਮੇਰੀ ਪੜ੍ਹਾਈ ਕਰਾਈ, ਬੜੀ ਤਵੱਜੋ ਦਿੱਤੀ ਉਹਨਾਂ ਨੇ ਮੇਰੀ ਇਹ ਵਿੱਦਿਆ ਤਾਲੀਮ ਵੱਲ ਨੂੰ, ਮੈਨੂੰ ਇਹ ਅਰਥ ਦਾ ਪਤਾ ਨਹੀਂ। ਨੰਦ ਲਾਲ ਕਹਿੰਦਾ ਬਈ ਸੁਣਾ ਸ਼ਬਦ, ਆਪਾਂ ਰਲ ਮਿਲ ਕੇ ਹੱਲ ਕਰ ਲਈਏ। ਜਦੋਂ ਉਹਨੇ ਸ਼ਬਦ ਪੜ੍ਹਿਆ, ਭਾਈ ਨੰਦ ਲਾਲ ਨੇ ਬਹੁਤ ਸੋਹਣੇ ਅਤੇ ਯੋਗ ਅਰਥ ਸੁਣਾ ਦਿੱਤੇ। ਤਸੱਲੀ ਹੋ ਗਈ, ਉਹਨੇ ਸਾਰੀ ਉਹ ਬਾਤ ਤਾਂ ਕੰਠ ਕਰ ਲਈ। ਅਗਲੇ ਦਿਨ ਉਹਦੇ ਦਰਬਾਰ 'ਚ ਚੱਲ ਗਿਆ, ਐ ਚਾਈ ਅਤੇ ਫਿਰ ਇਹਨੇ ਅਰਥ ਸੁਣਾਤਾ। ਔਰੰਗਜ਼ੇਬ ਫਿਰ ਬੁੱਝ ਗਿਆ। ਉਹ ਕਹਿੰਦਾ ਵੀ ਇਹ ਅਸਲ ਵਿੱਚ ਤੇਰੇ ਦਿਮਾਗ ਦੀ ਇਹ ਜਿਹੜਾ ਸੁਰਤ ਬੋਧ ਨਹੀਂ ਹੈ। ਇਹ ਫਿਰ ਵੀ ਪਿਤਾ ਸੀਗਾ, ਇਹ ਫਿਰ ਮੰਨ ਗਿਆ। ਕਹਿੰਦਾ ਜੀ ਹਾਂ, ਅਸਲ ਵਿੱਚ ਇਹ ਮੇਰਾ ਮੁਨਸ਼ੀ ਆ ਭਾਈ ਨੰਦ ਲਾਲ, ਇਹ ਅਰਥ ਉਹਨਾਂ ਨੇ ਕੀਤੇ ਨੇ। ਔਰੰਗਜ਼ੇਬ ਦਾ ਇੱਕ ਵਾਰ ਮੱਥਾ ਠਣਕ ਗਿਆ। ਕਹਿੰਦਾ ਐਡਾ ਵਿਦਵਾਨ, ਉਹਦਾ ਇਸਲਾਮ 'ਚ ਹੋਣਾ ਚਾਹੀਦਾ। ਇਹੋ ਹੀ ਤਾਂ ਇਹਦਾ ਮਿਸ਼ਨ ਸੀਗਾ ਵੀ ਦੁਨੀਆ 'ਚ ਮੈਂ ਇਸਲਾਮਿਕ ਸਟੇਟ, ਆ ਜੋ ਕੁਛ ਬਗਦਾਦੀ ਕਰ ਰਿਹਾ, ਇਹੋ ਹੀ ਇਹਦਾ ਮਿਸ਼ਨ ਸੀ। ਇਹ ਕਹਿੰਦਾ ਸਾਰੀ ਅਰਬ ਕੰਟਰੀ ਇਸਲਾਮਿਕ ਸਟੇਟ ਬਣਾਵਾਂਗਾ, ਇੱਕ ਅੱਲਾਹੂ ਅਕਬਰ ਕਿਆ ਕਰਨਗੇ ਸਾਰੇ। ਉਹਨੂੰ ਕਹਿੰਦਾ ਗੱਲ ਸੁਣ, ਕੱਲ੍ਹ ਨੂੰ ਤੇਰਾ ਮੁਨਸ਼ੀ ਮੈਨੂੰ ਮਿਲਣਾ ਚਾਹੀਦਾ। ਉਹਨੂੰ ਕੱਲ੍ਹ ਦੇ ਦਰਬਾਰ 'ਚ ਲੈ ਕੇ ਆਏ। ਬਹਾਦਰ ਸ਼ਾਹ ਜਾਣ ਗਿਆ ਵੀ ਇਹ ਹੁਣ ਇਹਦਾ ਜਾਂ ਧਰਮ ਬਦਲੇਗਾ ਜਾਂ ਕੋਈ ਇਹਦਾ ਹੋਰ ਧਰਮ ਹੈ, ਸਨਾਤਨ ਮੱਤ ਹੈ, ਅਤੇ ਉਹ ਇਹਨੂੰ ਇਸਲਾਮ 'ਚ ਲਿਆਵੇਗਾ। ਇਹ ਮੇਰਾ ਸੱਜਣ ਮਿੱਤਰ ਹੈ ਨੰਦ ਲਾਲ। ਉਹਨੇ ਆ ਕੇ ਉਹਨੂੰ ਸਾਰੀ ਵਾਰਤਾ ਦੱਸਤੀ। ਕਹਿੰਦਾ ਬਈ ਉਹ ਗੱਲ ਹੋ ਗਈ ਪ੍ਰਗਟ, ਮੈਂ ਤੁਹਾਡਾ ਵੇਰਵਾ ਦੱਸ ਬੈਠਾ ਅਤੇ ਕੱਲ੍ਹ ਨੂੰ ਮੇਰੇ ਪਿਤਾ ਜੀ ਤੈਨੂੰ ਮਿਲਣਾ ਚਾਹੁੰਦੇ ਨੇ, ਅਤੇ ਇਹ ਵੀ ਦੱਸਦਿਆਂ ਉਹਨਾਂ ਨੇ ਤੈਨੂੰ ਸਭ ਤੋਂ ਪਹਿਲਾਂ ਕਹਿਣਾ ਇਸਲਾਮ ਦੇ ਵਿੱਚ ਆ ਜਾ। ਇਹ ਉਹਨਾਂ ਦੀ ਆਦਤ ਹੈ। ਨੰਦ ਲਾਲ ਨੂੰ ਕਹਿੰਦਾ ਵੀ ਜੇ ਤੂੰ ਇਸੇ ਤਰ੍ਹਾਂ ਆਪਣੇ ਧਰਮ ਨੂੰ ਸਲਾਮਤ ਰੱਖ ਕੇ ਜਾਣਾ ਚਾਹੁੰਦਾ ਅਤੇ ਮੈਂ ਤੈਨੂੰ ਸਹੀ ਸਲਾਮਤ ਕੱਢ ਸਕਦਾ। ਫਿਰ ਇਹਨੇ ਉਹਦੀ ਮਦਦ ਕੀਤੀ, ਪੂਰੇ ਪ੍ਰਬੰਧ ਨਾਲ ਆਪਣੇ ਆਦਮੀ ਲਾ ਕੇ ਭਾਈ ਨੰਦ ਲਾਲ ਨੂੰ ਸੁਰੱਖਿਆ ਸਹਿਤ ਉੱਥੋਂ ਜਿਹੜਾ ਕੱਢ ਦਿੱਤਾ। ਇੱਧਰ ਹੁਣ ਨੰਦ ਲਾਲ ਵੱਲ ਹੀ ਆ ਜਾਓ। ਭਾਈ ਨੰਦ ਲਾਲ ਹੁਣ ਆਲਮ ਫਾਜ਼ਲ ਕਵੀਸ਼ਰ ਸ਼ਾਇਰ, ਸ਼ਬਦਾਂ ਨੂੰ ਜੋੜਨਾ ਗਾਉਣਾ ਇਹਦੀ ਕਿਰਿਆ ਪ੍ਰਕਿਰਿਆ ਸੀ। ਦੁਨੀਆ 'ਚ ਫਿਰ ਇਹਨੇ ਮਹਿਮਾ ਸੁਣੀ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੀ। ਕਹਿੰਦੇ ਬਈ ਉਹ ਮਰਦਾਂ ਦੀ ਫੌਜ ਬਣਾ ਰਹੇ ਨੇ, ਖਾਲਸਾ ਪੰਥ ਉਹਨਾਂ ਨੇ ਸਿਰਜ ਦਿੱਤਾ ਹੈ ਅਤੇ ਰਾਜ ਕਰੇਗਾ ਖਾਲਸਾ ਦਾ ਡੰਕਾ ਵਜਾ ਦਿੱਤਾ। ਜਬਰ ਜ਼ੁਲਮ ਦਾ ਅਨਿਆਂ ਕਰਨ ਦਾ ਉਹਨਾਂ ਨੇ ਕਾਰਜ ਅਨੰਦਪੁਰ ਸਾਹਿਬ ਤੋਂ ਆਰੰਭ ਕਰ ਦਿੱਤਾ ਹੈ। ਦੁਨੀਆ ਦੇ ਤਖਤੇ 'ਤੇ ਤੀਜਾ ਪੰਥ, ਸਭ ਥਾਂ ਮੁਖਤਿਆਰ ਖਾਲਸਾ ਕੀਓ, ਬਖਸ਼ ਦਿਓ ਇਨਹੀ ਕੋ ਜਾਮਾ। ਆਜ ਖਾਲਸਾ ਖਾਸ ਭਇਓ ਹੈ ਸਤਿਗੁਰ ਕੈ ਦਰਬਾਰ। ਉਹ ਕੌਤਕ ਵੇਖ ਕੇ ਸਾਰੇ ਹੀ ਕੰਬ ਗਏ। ਖਜ਼ਾਨਚੀ ਵੀ ਸਿੰਘ, ਨਗਾਰਚੀ ਵੀ ਸਿੰਘ, ਲਾਂਗਰੀ ਵੀ ਸਿੰਘ, ਨਿਸ਼ਾਨਚੀ ਵੀ ਸਿੰਘ, ਗੁਰੂ ਘਰ ਦੇ ਸਾਰੇ ਪਹਿਰੇ ਹੀ ਮਹਾਰਾਜ ਨੇ ਸਿੰਘਾਂ ਨੂੰ ਦੇ ਦਿੱਤੇ। ਅਤੇ ਜਿਹੜੇ ਮਸੰਦ ਸੀਗੇ ਉਹ ਦਾਦੀ ਮਾਤਾ ਕੋਲੇ ਚਲੇ ਗਏ। ਕਹਿੰਦੇ ਦਾਦੀ ਮਾਤਾ ਇਹ ਗੱਲ ਹੈ ਕੋਈ, ਅਸੀਂ ਜੱਦੀ ਪੁਸ਼ਤੀ ਗੁਰੂ ਘਰ ਦੇ ਨੌਕਰ ਹਾਂ, ਪਹਿਰੇਦਾਰ ਹਾਂ ਮਸੰਦ, ਅਤੇ ਆਹ ਜਿਹੜੇ ਅਜੇ ਕੱਲ੍ਹ ਜੱਟ ਬੂਟ ਨਾਈ ਸ਼ੀਂਬੇ ਚਮਿਆਰ ਘੁਮਿਆਰ ਸਾਰੀਆਂ ਜਾਤੀਆਂ ਇਹਨਾਂ ਨੇ ਇਕੱਠੇ ਕਰਕੇ ਅੰਮ੍ਰਿਤ ਛਕਾਤਾ। ਕਹਿੰਦੇ ਖਾਲਸਾ ਪੰਥ ਬਣ ਗਿਆ। ਸਾਰੇ ਪਹਿਰੇ ਉਹਨਾਂ ਨੂੰ ਦੇ ਦਿੱਤੇ, ਸਾਰੀਆਂ ਸਰਦਾਰੀਆਂ ਬਖਸ਼ਿਸ਼ਾਂ ਉਹਨਾਂ ਨੂੰ ਸੰਭਾਤੀਆਂ। ਕਿਸੇ ਜਾਤ ਪਾਤ ਦਾ ਕੋਈ ਗਰੇਜ ਨਹੀਂ ਕੀਤਾ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਆਪ ਉਪਦੇਸ਼ ਕਰਤਾ ਉਹਨਾਂ ਨੇ ਵੀ ਇਹ ਦਰ ਸਭ ਦਾ ਸਾਂਝਾ, ਇੱਥੇ ਜਾਤ ਪਾਤ ਊਚ ਨੀਚ ਦਾ ਕੋਈ ਭੇਦ ਭਾਵ ਨਹੀਂ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਐਲਾਨ ਕਰ ਦਿੱਤਾ। ਤਾਂ ਮਾਤਾ ਜੀ ਕਹਿੰਦੇ ਬਈ ਉਹਨਾਂ ਦੀ ਸੁਣ ਲਈ। ਚਲੋ ਪੁਰਾਣੇ ਨੌਕਰ ਸੀ ਗੁਰੂ ਘਰ ਦੇ। ਪਾਤਸ਼ਾਹ ਜਦੋਂ ਸ਼ਾਮ ਨੂੰ ਲੰਗਰ ਪਾਣੀ ਛਕਣ ਵੇਲੇ ਮਾਤਾ ਜੀ ਕੋਲ ਬੈਠੇ ਸਨ, ਵਚਨ ਹੋਇਆ। ਮਾਤਾ ਜੀ ਕਹਿੰਦੇ ਵੀ ਇਹ ਮਸੰਦ ਵੀ ਆਪਣੇ ਪੁਰਾਣੇ ਸੇਵਕ ਨੇ, ਲਾਲ ਜੀ ਇਹਨਾਂ 'ਤੇ ਵੀ ਇੰਨੀ ਸਖਤੀ ਨਾ ਕਰੋ। ਮਹਾਰਾਜ ਕਹਿੰਦੇ ਮਾਤਾ ਜੀ ਗੁਰੂ ਘਰ 'ਚੋਂ ਇਹਨਾਂ ਨੂੰ ਸਭ ਕੁਝ ਮਿਲਿਆ,
ਤੇ ਹੁਣ ਪਰ ਗੁਰੂ ਘਰ ਦਾ ਜਿਹੜਾ ਕਾਇਦਾ ਕਾਨੂੰਨ ਉਹ ਅੰਮ੍ਰਿਤ ਪੀਵ ਹੋ ਸਦਾ ਚਿਰ ਜੀਵ ਹੋ ਹਰ ਸਿਮਰਤ ਆਨੰਦ ਅਨੰਤਾ। ਹੁਣ ਇਹ ਅਕਾਲ ਪੁਰਖ ਦਾ ਹੁਕਮ ਹੈ। ਖੁਦ ਪਹਿਲੇ ਅੰਮ੍ਰਿਤ ਧਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਆਪ ਹੋਏ, ਆਪ ਅੰਮ੍ਰਿਤ ਛਕ ਕੇ ਕਿਹਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ। ਦੂਜੇ ਤੀਜਿਆਂ ਦੀ ਕਨੌੜ ਚੱਕੀ ਗਈ, ਇੱਕ ਅਕਾਲ ਪੁਰਖ ਦਾ ਓਟ ਆਸਰਾ ਪ੍ਰਾਪਤ ਹੋ ਗਿਆ। ਤੇ ਉਹ ਸਾਰੀ ਵਾਰਤਾ ਸਤਿਗੁਰੂ ਪਾਤਸ਼ਾਹ ਦੀ ਮਹਿਮਾ ਵਡਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਇਹ ਵਡਿਆਈ ਜਗਤ ਦੇ ਵਿੱਚ ਪ੍ਰਗਟ ਸੀਗੀ ਤੇ ਨੰਦ ਲਾਲ ਨੇ ਸੁਣ ਲਈ। ਉਹ ਕਵੀਸ਼ਰ ਸੀਗਾ, ਪਾਤਸ਼ਾਹ ਦੇ ਦਰਬਾਰ ਆ ਗਿਆ। ਆ ਜਿਹੜੇ ਆਪਾਂ ਸ਼ਬਦ ਪੜ੍ਹੇ ਨੇ ਇਹ ਉਹਨੇ ਨਾ ਕਲਗੀਧਰ ਜੀ ਨੂੰ ਮੱਥਾ ਟੇਕਣ ਵੇਲੇ ਪੜ੍ਹੇ ਸੀ ਭਾਈ ਨੰਦ ਲਾਲ। ਇਉਂ ਕੰਨ 'ਤੇ ਹੱਥ ਰੱਖ ਕੇ ਉੱਚੀ ਹੇਕ ਦੇ ਵਿੱਚ ਮਹਾਰਾਜ ਦਾ ਜਸ ਗਾਉਂਦਾ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ, ਬੇਕਸਾਂ ਰਹ ਯਾਰ ਗੁਰੂ ਗੋਬਿੰਦ ਸਿੰਘ। ਜਿਵੇਂ ਆਪਾਂ ਹੋਰ ਭੇਟਾਵਾਂ ਲੈ ਕੇ ਆਉਂਦੇ ਆ, ਇਹ ਰੋਜ਼ ਕੋਈ ਸ਼ਬਦ ਲਿਖ ਕੇ ਲਿਆਉਂਦਾ ਮਹਾਰਾਜ ਦੀ ਸੋਭਾ 'ਚ, ਫਿਰ ਅੱਗੇ ਖੜ ਕੇ ਗਾਉਂਦਾ। ਮਹਾਰਾਜ ਦੇ 52 ਦਰਬਾਰੀ ਕਵੀ ਸਨ ਤੇ ਉਹਨਾਂ 'ਚੋਂ ਪਹਿਲਾ ਦਰਜਾ ਇਹਨਾਂ ਦੀ ਭਾਵ ਭਗਤੀ ਤੇ ਸਿੱਖੀ ਸੇਵਕੀ ਸਦਕਾ ਸਾਰੇ ਕਵੀਆਂ ਨੇ ਵੀ ਮੰਨ ਲਿਆ ਕਿ ਨੰਦ ਲਾਲ ਸਾਡਾ ਸਰਦਾਰ ਹੈ। 52 ਕਵੀਆਂ ਦੇ ਮੁਖੀ ਹੋਏ। ਅਨੇਕਾਂ ਮਹਾਰਾਜ ਦੇ ਦਰਬਾਰੀ ਰਤਨ ਕਵੀ ਨੇ ਜਿਨ੍ਹਾਂ ਦੀ ਰਚਨਾ ਰਾਜਨੀਤਿਕ ਧਾਰਮਿਕ ਆਰਥਿਕ ਸਾਰੇ ਪੱਖਾਂ ਨੂੰ ਉਜਾਗਰ ਕਰਦੀ ਹੈ। ਸੈਨਾਪਤੀ ਕਵੀ ਜਿਨ੍ਹਾਂ ਨੇ ਆ ਰਾਜਨੀਤਿਕ ਚਣਾਕੇ ਦਾ ਵਰਣਨ ਕੀਤਾ। ਹੋਰ ਬੜੇ ਗੁਰੂ ਕੇ ਦਰਬਾਰੀ ਰਤਨ, ਪਰ ਭਾਈ ਨੰਦ ਲਾਲ ਜੀ ਨੂੰ ਪਹਿਲਾ ਦਰਜਾ ਮਿਲਿਆ। ਦੋ ਜਹਾਨੇ ਕੀਮਤਾ ਜਗਤਾਰ ਮੂਏ ਯਾਰ ਮਾ। ਨੰਦ ਲਾਲ ਕਹਿੰਦਾ ਕਲਗੀਧਰ ਜੀ ਤੁਹਾਡੇ ਦਾੜੇ ਦੇ ਆ ਇੱਕ ਕੇਸ ਰੋਮ ਦੀ ਜਿਹੜੀ ਕੀਮਤ ਹੈ ਨਾ ਉਹ 2 ਜਹਾਨ। 2 ਜਹਾਨੇ ਕੀਮਤਾ ਯਕਤਾਰ ਮੂਏ ਯਾਰ ਮਾ। ਮੇਰੇ ਮਾਲਕ ਮੇਰੇ ਮੁਰਸ਼ਦ ਦਾ ਇਹ ਦੀਦਾਰ ਹੈ, ਇਹ ਉਹਨਾਂ ਦੀ ਸੋਭਾ ਹੈ। ਇਉਂ ਭਾਈ ਨੰਦ ਲਾਲ ਬਰਾਗੀ ਹੋ ਕੇ ਗਾਉਂਦਾ। ਬਹੁਤ ਵੱਡੀ ਪਦਵੀ ਮਿਲੀ ਆ। ਇਹਨਾਂ ਨੇ ਇੱਕ ਪੋਥੀ ਲਿਖੀ ਸੀ ਜ਼ਿੰਦਗੀ ਨਾਵਾਂ, ਕਲਗੀਧਰ ਜੀ ਨੂੰ ਭੇਟ ਕੀਤੀ। ਮਹਾਰਾਜ ਬੜੇ ਪ੍ਰਸੰਨ ਹੋਏ। ਮਹਾਰਾਜ ਕਹਿੰਦੇ ਨੰਦ ਲਾਲਾ ਇਹ ਤਾਂ ਬੰਦਗੀ ਨਾਵਾਂ ਹੈ, ਇਹਨੂੰ ਪੜ੍ਹਨ ਵਾਲਿਆਂ ਨੂੰ ਤੇ ਬੰਦਗੀ ਦੀ ਦਾਤ ਪ੍ਰਾਪਤ ਹੋਵੇਗੀ, ਆਪਣੇ ਗੁਰੂ ਚਰਨਾਂ 'ਤੇ ਇਤਵਾਰ ਭਰੋਸਾ ਆਵੇਗਾ, ਸਿੱਖੀ ਸੇਵਕੀ ਮਨ ਵਿੱਚ ਪ੍ਰਗਟੇਗੀ। ਇਹ ਬੰਦਗੀ ਨਾਵਾਂ ਹੈ। ਇੱਕ ਸ਼ਹੀਦਾਨ ਵਫਾ, ਹੋਰ ਬੜੀਆਂ ਰਚਨਾਵਾਂ ਭਾਈ ਨੰਦ ਲਾਲ ਜੀ ਦੀਆਂ ਨੇ। ਇਹ ਵੀ ਸਤਿਗੁਰਾਂ ਨੇ ਜਿਵੇਂ 15 ਭਗਤਾਂ ਦੀ ਬਾਣੀ ਪ੍ਰਮਾਣਿਤ ਹੈ, ਇਸੇ ਤਰ੍ਹਾਂ ਇਹ 2 ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ, ਇਹ 2 ਵੀ ਗੁਰੂ ਦਰਬਾਰ ਵਿੱਚ ਪ੍ਰਮਾਣਿਤ ਨੇ। ਇਹਨਾਂ ਦੀ ਰਚਨਾ ਗੁਰੂ ਪਾਤਸ਼ਾਹ ਨੇ ਆਪਣੀ ਦਰਗਾਹ ਦੇ ਵਿੱਚ ਪ੍ਰਮਾਣਿਤ ਕੀਤੀ ਹੈ। ਤਾਂ ਇਹ ਸਾਡੇ ਪਿਤਾ ਪੁਰਖਿਆਂ ਦਾ ਖਜ਼ਾਨਾ। 14 ਪੋਥੀਆਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਕ੍ਰਿਤ ਕਵੀ ਸ੍ਰੀ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਇਹ ਗੁਰੂ ਕਾ ਅੰਮ੍ਰਿਤਮਈ ਇਤਿਹਾਸ 4 ਪੋਥੀਆਂ 'ਚ ਸ੍ਰੀ ਨਾਨਕ ਪ੍ਰਕਾਸ਼ ਸਾਹਿਬ ਤੇ ਬਾਕੀ ਸਾਰਾ ਇਹ ਸਾਰੀਆਂ ਪਾਤਸ਼ਾਹੀਆਂ ਦਾ ਇਤਿਹਾਸ ਵਰਣਨ ਕੀਤਾ। ਇਸੇ ਤਰ੍ਹਾਂ ਭਾਈ ਰਤਨ ਸਿੰਘ ਜੀ ਭੰਗੂ, ਜਿਨ੍ਹਾਂ 2 ਸਿੰਘਾਂ ਨੇ ਮੱਸੇ ਰੰਗੜ ਨੂੰ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਦਿਆਂ ਸੋਧਾ ਲਾ ਦਿੱਤਾ ਤੇ ਉਹਦਾ ਸਿਰ ਲਾ ਕੇ ਬੀਕਾਨੇਰ ਲੈ ਗਏ। ਉਹਨਾਂ 'ਚੋਂ ਇੱਕ ਸੀ ਭਾਈ ਮਤਾਬ ਸਿੰਘ, ਉਹਦਾ ਪੁੱਤਰ ਹੋਇਆ ਭਾਈ ਰਾਏ ਸਿੰਘ ਤੇ ਉਹਦਾ ਪੁੱਤਰ ਅੱਗੇ ਹੋਇਆ ਭਾਈ ਰਤਨ ਸਿੰਘ ਭੰਗੂ। ਉਹਨੇ ਇੱਕ ਇਤਿਹਾਸ ਲਿਖਿਆ, ਜਦੋਂ ਅੰਗਰੇਜ਼ਾਂ ਨੇ ਖੋਜ ਕੀਤੀ ਕਿ ਇਹ ਖਾਲਸਾ ਆਖਰ ਹੈ ਕੌਣ, ਇਹ ਕਿਹਨਾਂ ਨੇ ਇਹਨਾਂ ਨੂੰ ਜੰਗ ਯੁੱਧ ਦਾ ਇਹ ਸਾਰਾ ਅਭਿਆਸ ਕਰਾਇਆ, ਇਹਨਾਂ ਨੂੰ ਇਹ ਰਾਜ ਕਰਨ ਦਾ ਸੁਪਨਾ ਦਿਖਾਉਣ ਵਾਲਾ ਕੌਣ ਹੈ, ਪਤਾ ਕਰੋ ਇਹਨਾਂ ਦਾ। ਉਹਨਾਂ ਨੇ ਲੰਡਨ ਦੇ ਵਿੱਚੋਂ ਇੱਕ ਜਸੂਸ ਭੇਜਿਆ, ਉਹਦਾ ਨਾਮ ਸੀ ਮਾਲੀ ਕੈਪਟਨ, ਮਰੇ ਕਪਤਾਨ। ਉਹ ਪਹਿਲਾਂ ਦਿੱਲੀ ਆ ਗਿਆ, ਉੱਥੇ ਆ ਕੇ ਕਾਜ਼ੀਆਂ ਮਲਾਣਿਆਂ ਤੋਂ ਪੁੱਛਣ ਲੱਗ ਗਿਆ, ਕਹਿੰਦਾ ਜੀ ਆ ਸਿੱਖ ਖਾਲਸਾ ਪੰਥ ਇਹ ਕੌਣ ਨੇ, ਕਿਹਨਾਂ ਦਾ ਨਾਮ ਹੈ, ਉਹਦੇ ਬਾਰੇ ਦੱਸੋ।
ਉਹ ਹੁਣ ਪਹਿਲਾਂ ਹੀ ਤਪੇ ਪਏ ਸੀ ਖਾਲਸੇ ਤੋਂ। 20 ਵਾਰੀ ਤੇ ਉਹਨਾਂ ਦੀ ਦਿੱਲੀ ਨੂੰ ਲੁੱਟਿਆ, ਲਾਹੌਰ ਨੂੰ ਲੁੱਟਿਆ। ਉਹ ਕਿਤੇ ਭਲੀ ਗੁਜ਼ਾਰਨਗੇ? ਉਹ ਕਹਿੰਦੇ ਜੀ ਕਿਹੜਾ ਖਾਲਸਾ ਪੰਥ, ਇਹ ਤਾਂ ਲਟੇਰੇ ਲੋਕਾਂ ਦਾ ਇੱਕ ਧੜਾ ਹੈ। ਸਾਡੇ ਇਹਨਾਂ ਨੇ ਘੋੜੇ ਖੋਲੇ, ਸਾਡੇ ਇਹਨਾਂ ਨੇ ਹਥਿਆਰ ਖੋਲੇ ਤੇ ਹੁਣ ਲੁੱਟਾਂ ਮਾਰਾਂ ਕਰਦੇ ਨੇ। ਇਹ ਨਹੀਂ ਦੱਸਿਆ ਵੀ ਗੁਰੂ ਨਾਨਕ ਸਾਹਿਬ ਇਹਨਾਂ ਦੇ ਸਿੱਖ ਪੰਥ ਦੇ ਬਾਨੀ ਹੋਏ ਨੇ, ਜਿਨ੍ਹਾਂ ਨੇ 7 ਸਮੁੰਦਰ 7 ਦੀਪ ਤੇ 9 ਖੰਡਾਂ ਦੇ ਵਿੱਚ ਖਾਲਸੇ ਰਾਜ ਦਾ ਨਕਸ਼ਾ ਬਣਾਇਆ ਹੈ। ਇਹ ਨਹੀਂ ਦੱਸਿਆ। 10 ਪਾਤਸ਼ਾਹੀਆਂ ਦਾ ਵਰਣਨ ਨਹੀਂ ਦੱਸਿਆ। ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ, ਬਾਬਰ ਦਰਬਾਰ ਨਾਲ ਗੁਰੂ ਘਰ ਦਾ ਬੈਰ ਵਿਰੋਧ ਕਿੱਥੋਂ ਇਹਨਾਂ ਨੇ ਸ਼ੁਰੂ ਕੀਤਾ, ਤੇ ਅੱਗੇ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਨਾ ਦੱਸੀ। ਗੁਰੂ ਤੇਗ ਬਹਾਦਰ ਸਾਹਿਬ ਤੇ ਹੋਰ ਅਨੇਕਾਂ ਸਿੰਘਾਂ ਦੀਆਂ ਸ਼ਹਾਦਤਾਂ ਤੇ ਪਰਦਾ ਪਾ ਦਿੱਤਾ। ਇਹ ਨਹੀਂ ਦੱਸਿਆ ਵੀ ਜਿਹੜਾ ਰਾਜ ਬਾਬਰ ਨੇ ਆ ਮੁਗਲਾਂ ਨੇ ਹੁਣ ਤੱਕ ਕੀਤਾ, ਔਰੰਗਜ਼ੇਬ ਫਰਖਸ਼ੀਅਰ ਤੱਕ, ਇਹ ਗੁਰੂ ਨਾਨਕ ਦੇ ਚਰਨਾਂ 'ਚੋਂ ਹੀ ਦੁਆ ਮਿਲੀ ਸੀ ਬਾਬਰ ਨੂੰ। ਇਹ ਨਹੀਂ ਦੱਸਿਆ। ਕਹਿੰਦੇ ਤਾਂ ਲਟੇਰੇ ਲੋਕ ਨੇ, ਸਾਡੇ ਘੋੜੇ ਤੇ ਹਥਿਆਰ ਖੋਹ ਕੇ ਲੁੱਟਾਂ ਮਾਰਾਂ ਕਰਦੇ ਨੇ। ਪਰ ਉਹ ਵੀ ਅੰਗਰੇਜ਼ ਸੀਗਾ, ਉਹਨੇ ਉਹ ਵੀ ਨੋਟ ਕਰ ਲਿਆ, ਪਰ ਤਸੱਲੀ ਨਾ ਹੋਈ। ਉਹਨੇ ਕਿਹਾ ਵੀ ਇਉਂ ਲਟੇਰੇ ਮੁਲਕਾਂ ਦੇ ਰਾਜ ਕਿਵੇਂ ਕਰ ਲੈਣਗੇ? ਚੋਰਾਂ ਦੇ ਘਰੇ ਕਦੇ ਦੀਵੇ ਨਹੀਂ ਬਲਦੇ, ਤੇ ਲੁਟੇਰੇ ਕਦੇ ਰਾਜ ਸਲਾਮਤ ਨਹੀਂ ਕਰ ਸਕਦੇ। ਉਹਨੇ ਕਿਹਾ ਵੀ ਹੋਰ ਖੋਜ ਕਰੀਏ। ਉਹ ਭਾਈ ਬਠਿੰਡੇ ਆ ਗਿਆ। ਇਹ ਫਿਰੋਜ਼ਪੁਰ, ਬਠਿੰਡਾ, ਲੁਧਿਆਣਾ, ਇਹ ਅੰਗਰੇਜ਼ਾਂ ਦੇ ਜੰਕਸ਼ਨ ਬਣਾਏ ਹੋਏ ਸੀ। ਆ ਰੇਲਾਂ ਦੀ ਕਾਢ ਵੀ ਉਹਨਾਂ ਨੇ ਕੱਢੀ ਆ, ਫਰੰਗੀਆਂ ਨੇ। ਬਹੁਤ ਕੁਝ ਦੇ ਕੇ ਵੀ ਗਏ ਨੇ ਇੰਡੀਆ ਨੂੰ, ਪਰ ਉਹ ਤੋਂ ਜ਼ਿਆਦਾ ਕਿਤੇ ਵੱਡਾ ਨੈਬ ਖਜ਼ਾਨਾ ਲੁੱਟਿਆ ਵੀ ਹੈ। ਪਰ ਸਾਧ ਸੰਗਤ ਜੀ, ਉਹਨਾਂ ਨੇ ਖੋਜ ਕਰਵਾਈ ਵੀ ਇਹ ਖਾਲਸਾ ਪੰਥ ਕੌਣ ਹੈ। ਪਹਿਲਾਂ ਮੁਗਲਾਂ ਨਾਲ ਲੜਿਆ, ਹੁਣ ਸਾਡਾ ਫਰੰਗੀਆਂ ਦਾ ਇਹਨਾਂ ਨੇ ਖਾਤਮਾ ਕਰ ਦਿੱਤਾ। ਜਿਹੜੇ ਬੁੱਢਾ ਦਲ ਦੇ 7ਵੇਂ ਜਥੇਦਾਰ ਹੋਏ ਨੇ ਬਾਬਾ ਹਨੂਮਾਨ ਸਿੰਘ ਜੀ, ਚੰਡੀਗੜ੍ਹ ਮੋਹਾਲੀ ਦੇ ਵਿੱਚ ਉਹਨਾਂ ਦਾ ਅਸਥਾਨ ਹੈ। ਅੰਗਰੇਜ਼ਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਨੇ। ਅੱਜ ਕੱਲ੍ਹ ਕੋਈ ਕਹਿੰਦਾ ਜੀ ਆਹ ਨਿਹੰਗਾਂ ਸਿੰਘਾਂ ਦਾ ਕੀ ਇਤਿਹਾਸ ਹੈ, ਇਹਨਾਂ ਨੇ ਕੀ ਕਰਿਆ। 100 ਕੁ ਸਾਲ ਪਹਿਲਾਂ ਸਾਰਾ ਹਿੰਦੁਸਤਾਨ ਇਹਨਾਂ ਦੇ ਛਤਰ ਛਾਇਆ ਜੀ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ, ਅਹਿਮਦ ਸ਼ਾਹ ਦਰਾਨੀ, ਕਦੇ ਕੋਈ ਲਟੇਰਾ ਆ ਗਿਆ, ਕਦੇ ਕੋਈ, ਸਾਡੀਆਂ ਬਹੂ ਬੇਟੀਆਂ ਧੀਆਂ ਭੈਣਾਂ ਨੂੰ ਬੇਪਤ ਕਰਦੇ, ਲੁੱਟਾਂ ਮਾਰਾਂ ਕਰਦੇ ਤੇ ਸ਼ੌਕ ਨਾਲ ਚਲੇ ਜਾਂਦੇ। ਅਗਰ ਉਹਨਾਂ ਦਾ ਰਸਤਾ ਰੋਕਿਆ ਤੇ ਗੁਰੂ ਪੰਥ ਖਾਲਸੇ ਨੇ। ਅਬਦਾਲੀ ਲੋਥਾਂ ਦੇ ਵਿੱਚ ਲੁਕ ਕੇ ਬਚਿਆ ਤੇ ਕਾਬਲ ਨਹੀਂ ਪਹੁੰਚਿਆ, ਰਾਹ 'ਚ ਹੀ ਮਰ ਗਿਆ। ਇਹੋ ਜਿਹਾ ਦਹਿਲਿਆ। ਬੜੇ ਬੜੇ ਦਰਾਨੀਆਂ ਨਰਾਨੀਆਂ ਦੇ ਚਿਹਰਿਆਂ 'ਤੇ ਸ਼ਿਕਨ ਕਰ ਦਿੱਤੀ ਖਾਲਸੇ ਨੇ। ਜਿਹੜੇ ਕਦੇ ਸਾਡਾ ਮੁਲਕ ਲੁੱਟਦੇ ਸੀ, ਉਹਨਾਂ ਦੇ ਕਾਬਲ, ਕੰਧਾਰ, ਅਫਗਾਨਿਸਤਾਨ, ਅੱਜ ਜਿੱਥੇ ਅਮਰੀਕਾ ਵਰਗੀਆਂ ਫੌਜਾਂ ਵੀ ਅਸਫਲ ਨੇ, ਉਹਨਾਂ ਦੇ ਇਲਾਕਿਆਂ 'ਤੇ ਕਮਾਂਡਰ ਇਨ ਚੀਫ ਗ੍ਰੇਟਰ ਹਜ਼ਾਰਾ ਸਰਦਾਰ ਹਰੀ ਸਿੰਘ ਜੀ ਨਲੂਆ, ਗਵਰਨਰ ਕਸ਼ਮੀਰ, ਪਹਿਲਾਂ ਉੱਥੇ ਤਾਇਨਾਤ ਸੀ। ਫਿਰ ਇੱਧਰ ਗੜਬੜ ਜ਼ਿਆਦੇ ਸੀ ਅਫਗਾਨਿਸਤਾਨ ਦੇ ਇਲਾਕੇ 'ਚ। ਸ਼ੇਰੇ ਪੰਜਾਬ ਕਹਿੰਦੇ ਨਲੂਏ ਨੂੰ ਭੇਜੋ। ਡੋਗਰੇ ਵੀ ਇਹੋ ਹੀ ਚਾਹੁੰਦੇ ਸੀ, ਉਹਦੇ ਤੋਂ ਭੈ ਭੀਤ ਹੁੰਦੇ ਸਨ ਨਲੂਏ ਸਰਦਾਰ ਤੋਂ। ਉਹ ਗੁਰੂ ਘਰ ਦਾ ਇੱਕ ਵਫਾਦਾਰ ਜਰਨੈਲ ਸੀ, ਆਪਣੇ ਆਪ ਨੂੰ ਇੱਕ ਸੈਨਿਕ ਸਮਝਦਾ ਸੀ ਗੁਰੂ ਘਰ ਦਾ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਨਿਹੰਗਾਂ ਸਿੰਘਾਂ ਦਾ ਇਤਿਹਾਸ ਹੈ। ਸਦੀਆਂ ਤੋਂ ਗੁਰੂ ਪੰਥ ਨੇ ਅੰਗਰੇਜ਼ਾਂ ਤੇ ਮੁਗਲਾਂ ਨਾਲ ਲੜਾਈਆਂ ਲੜੀਆਂ। ਆ ਜਿਹੜੀ ਦਿੱਲੀ ਅੱਜ ਰਾਜਧਾਨੀ ਹੈ, 17-18 ਵਾਰ ਜਿੱਤ ਕੇ ਛੱਡੀ। ਕਹਿੰਦੇ ਦਿੱਲੀ ਤੇ ਬਿੱਲੀ ਹੈ, ਫਿਰ ਜਦੋਂ ਦਿਲ ਕੀਤਾ ਕਬਜ਼ਾ ਕਰ ਲਵਾਂਗੇ, ਕਿਉਂਕਿ ਗੁਰੂਆਂ ਦੇ ਵਰਦਾਨ ਨੇ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਫਰਾਵੈ ਸੀਸ ਪਰ ਬੜੀ ਕਰਾਂਗੇ ਮਾਜ। ਇਹ ਬਚਨ ਹੋਏ ਨੇ ਗੁਰੂ ਨਾਨਕ ਸਾਹਿਬ ਦੇ। ਤਾਂ ਉਹ ਸਾਰੀ ਜਿਹੜੀ ਵਾਰਤਾ ਗੁਰੂ ਘਰ ਦੀ ਮਹਿਮਾ ਵਡਿਆਈ, ਇਹ ਭਾਈ ਕੀਮਤੀ ਰਤਨ ਜਵਾਹਰ ਮਾਨਕ ਨੇ, ਜਿਨ੍ਹਾਂ ਨੇ ਆਪਣੇ ਪਿਤਾ ਪੁਰਖਿਆਂ ਦੇ ਜਾਣ ਕੇ ਸਿੱਖੀ ਦੇ ਕਾਇਦੇ ਕਾਨੂੰਨ ਮਰਜ਼ਾਦਾਵਾਂ ਸਾਂਭੀਆਂ ਨੇ। ਅਸਲ ਵਿੱਚ ਉਹਨਾਂ ਨੇ ਹੀ ਗੁਰੂ ਦੀਆਂ ਖੁਸ਼ੀਆਂ ਤੇ ਰਹਿਮਤਾਂ ਨੂੰ ਸੰਭਾਲਿਆ ਹੈ। ਆਪਣਾ ਇਹ ਸਭ ਤੋਂ ਵੱਡਾ ਤੇ ਅਹਿਮ ਪ੍ਰਾਪਤੀ ਵਾਲਾ ਜਿਹੜਾ ਇਹ ਗੁਰਸਿੱਖੀ ਦਾ ਰਸਤਾ ਹੈ, ਇਹਨੂੰ ਤਿਆਗ ਕੇ ਕੋਈ 9 ਖੰਡਾਂ 'ਤੇ ਵੀ ਰਾਜ ਕਰ ਲੇ
ਜਦ ਪਿੱਛੇ ਮੁੜ ਕੇ ਵੇਖੇਗਾ ਆਪਣਾ ਕੋਈ ਨਹੀਂ ਹੋਵੇਗਾ। ਫਿਰ ਕਾਰੂ ਬਾਦਸ਼ਾਹ ਵਾਂਗ ਰੋਂਦਾ ਰਵਾਨਾ ਹੋਵੇਗਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਮੈਂ ਦੁਨੀਆ 'ਚ ਆਇਆ ਪਤਾ ਹੀ ਨਹੀਂ ਲੱਗਿਆ, ਸੁਪਨੇ ਵਾਂਗ ਹੀ ਗੁਜ਼ਰ ਗਿਆ ਸਭ ਕੁਝ। ਫਿਰ ਇਉਂ ਸੋਚਦਾ, ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ। ਤੇ ਜੇ ਗੁਰੂ ਕੀ ਸਿੱਖੀ ਪ੍ਰਾਪਤ ਕਰ ਲਈ, ਭਾਵੇਂ ਸਭ ਕੁਝ ਹੀ ਉਜੜ ਜੇ, ਇਉਂ ਲੱਗਦਾ ਵੀ ਸਗਲੀ ਧਰਤੀ ਸਾਧ ਕੀ, ਆ ਸਾਰੀ ਦੁਨੀਆ ਤੇ ਸਾਡਾ ਹੀ ਰਾਜ ਹੈ। ਜਿੱਥੇ ਗੁਰੂ ਕਾ ਸਿੱਖ ਸ਼ਸਤਰਾਂ ਨਾਲ ਲੈਸ ਖੜਾ ਹੋਵੇ, ਰਾਜ ਹੀ ਹੁੰਦਾ, ਕੋਈ ਬਲਾ ਨਹੀਂ ਫੜਕਦੀ। ਤਾਂ ਹੀ ਮਹਾਰਾਜ ਨੇ ਸ਼ਸਤਰਾਂ ਨੂੰ ਮਹਾਨਤਾ ਦਿੱਤੀ ਆ। ਪੁਰਾਣੇ ਸਮਿਆਂ 'ਚ ਸਾਡੀਆਂ ਮਾਤਾਵਾਂ ਸਾਰੀਆਂ ਇਸਤਰੀਆਂ ਸ਼ਸਤਰ ਪਹਿਨ ਕੇ ਰੱਖਦੀਆਂ ਕਮਰ ਕਸਿਆਂ 'ਚ। ਅੱਜ ਵੀ ਹਜੂਰ ਸਾਹਿਬ ਜਾਓ, ਦੱਖਣੀ ਸਿੱਖ ਨੇ ਜਿਹੜੇ, ਉਹ ਮਾਤਾਵਾਂ ਭੈਣਾਂ ਨੇ ਅੱਜ ਵੀ ਉਹ ਮਰਜ਼ਾਦਾ ਸੰਭੀ ਹੈ। ਹਰ ਕਿਸੇ ਦੇ ਕਮਰ ਕਸੇ 'ਚ ਖੰਜਰ ਕਟਾਰ ਕੋਈ ਨਾ ਕੋਈ ਸ਼ਸਤਰ ਹੋਵੇਗਾ। ਇਹ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ, ਸ਼ਸਤਰਾਂ ਦੀ ਬਹੁਤ ਵੱਡੀ ਸੁਰੱਖਿਆ ਹੈ। ਇਸ ਕਰਕੇ ਸਾਰੀਆਂ ਨਿਆਮਤਾਂ ਸਾਂਭਣ ਯੋਗ ਨੇ। ਤੇ ਜੇ ਕੋਈ ਇਹਨਾਂ ਨੂੰ ਭੁਲਾ ਕੇ ਕਦੇ ਵੀ ਸਦੀਵ ਸੁੱਖ ਨੂੰ ਪ੍ਰਾਪਤ ਨਹੀਂ ਹੋ ਸਕੇਗਾ। ਸਤਿਗੁਰਾਂ ਨੇ ਸਾਰਾ ਸਰਬੰਸ ਕੁਰਬਾਨ ਕਰਕੇ ਸਾਨੂੰ ਇਹੋ ਹੀ ਹੁਕਮ ਕੀਤਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਕਿ ਲਓ ਤੁਹਾਡੇ ਸਿਰੋਂ ਸਭ ਦੁਸ਼ਮਣਾਂ ਦੇ ਛਾਏ ਟਾਲ ਦਿੱਤੇ, ਤੁਹਾਡਾ ਮੁਲਕ ਆਜ਼ਾਦ ਕਰਵਾ ਦਿੱਤਾ। ਸ਼ਾਨਦਾਰ ਜੀਵਨ ਗੁਰੂ ਦੀ ਮੱਤ 'ਤੇ ਚੱਲਦਿਆਂ ਬਤੀਤ ਕਰੋ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਆ ਅੰਮ੍ਰਿਤ ਦਾ ਮਹਾਕੁੰਭ ਲਾ ਦਿੱਤਾ। ਤੇ ਸੱਚ ਹੈ ਜਿਸ ਨੂੰ ਸਿਕੰਦਰ ਬਾਦਸ਼ਾਹ ਵੀ ਢੂੰਡਦਾ ਮਰਿਆ, ਉਹ ਅੰਮ੍ਰਿਤ ਆਪਾਂ ਨੂੰ ਨਸੀਬ ਹੋ ਗਿਆ ਹੈ। ਅੰਮ੍ਰਿਤ ਪੀਵੈ ਅਮਰ ਸੋ ਹੋਏ, ਇਹ ਗੁਰੂ ਕਾ ਫਰਮਾਨ ਹੈ ਕਿ ਜਿਸ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ, ਉਹ ਜਨਮ ਮਰਨ ਦੇ ਚੱਕਰ ਤੋਂ ਅਮਰ ਹੋ ਗਿਆ, ਮੁਕਤ ਹੋ ਗਿਆ। ਇਤਨੀਆਂ ਵੱਡੀਆਂ ਰਹਿਮਤਾਂ ਬਖਸ਼ਿਸ਼ਾਂ ਦੋ ਜਹਾਨਾਂ ਦੇ ਮਾਲਕ ਸੱਚੇ ਪਾਤਸ਼ਾਹ ਨੇ ਆਪਾਂ ਤਮਾਮ ਸਾਰਿਆਂ 'ਤੇ ਕੀਤੀਆਂ ਨੇ। ਜਿਨ੍ਹਾਂ ਨੂੰ ਭਾਈ ਸਾਂਭਣ ਦੀ ਲੋੜ ਹੈ, ਤਾਂ ਉਹ ਬਚਨ ਸੀ ਇਤਿਹਾਸ ਦੀ ਦੁਨੀਆ ਦਾ। ਭਾਈ ਰਤਨ ਸਿੰਘ ਭੰਗੂ, ਫਿਰ ਉਹ ਜਿਹੜਾ ਅੰਗਰੇਜ਼ਾਂ ਦਾ ਰਿਪੋਰਟਰ ਸੀ, ਉਹ ਬਠਿੰਡੇ ਆਇਆ। ਉੱਥੇ ਇੱਕ ਬੂਟਾ ਸ਼ਾਹ ਮੌਲਵੀ ਕਿਸੇ ਮਸਜਿਦ ਦਾ ਕਾਜੀ ਮਿਲ ਗਿਆ ਉਹਨੂੰ ਕਹਿੰਦਾ, ਬਈ ਇਹ ਖਾਲਸਾ ਕੌਣ ਹੈ, ਸਿੱਖ ਪੰਥ ਦਾ ਕੀ ਰਚਨਾ ਮੂਲ ਭਾਵ ਹੈ। ਉਹਨੇ ਵੀ ਇਹੋ ਹੀ ਕੁਛ ਲਿਖਾਤਾ। ਕਹਿੰਦਾ ਜੀ ਇਹ ਤਾਂ ਬਗਾਵਤੀ ਲੋਕ ਨੇ, ਇਹ ਤਾਂ ਜਰੈਮ ਪੇਸ਼ਾ ਲੋਕ ਨੇ, ਪਬਲਿਕ ਦੇ ਬੰਦੇ ਆ, ਘੋੜੇ ਹਥਿਆਰ ਇਹਨਾਂ ਨੇ ਖੋਹ ਲਏ ਨੇ ਤੇ ਹੁਣ ਲੁੱਟਾਂ ਮਾਰਾਂ ਕਰਦੇ ਆ। ਇਹਨਾਂ ਨੇ ਵੀ ਇਹੋ ਹੀ ਇਤਿਹਾਸ ਲਿਖਾਇਆ। ਉਹਦੇ ਤੋਂ ਉਪਰੰਤ ਭਾਈ ਲੁਧਿਆਣਾ ਨਾ ਜਿਹੜਾ, ਇੱਥੇ ਅੰਗਰੇਜ਼ਾਂ ਨੇ ਪਹਿਲੀ ਫੈਕਟਰੀ ਲਾਈ ਆ, ਤੇ ਇੱਥੇ ਹੀ ਇਹਨਾਂ ਦਾ ਕਚਹਿਰੀਆਂ ਦਾ ਜਿਹੜਾ ਸਾਰਾ ਕਿਰਿਆਕਰਮ ਹੁੰਦਾ ਸੀ। ਭਾਈ ਰਤਨ ਸਿੰਘ ਭੰਗੂ ਕਿਸੇ ਕਾਰਜ ਉਧਰ ਨੂੰ ਆਏ। ਉਧਰ ਉਹ ਅੰਗਰੇਜ਼ ਅਫਸਰ ਜਿਹੜਾ ਜਸੂਸ ਸੀ ਬ੍ਰਿਟਿਸ਼ ਸਰਕਾਰ ਦਾ, ਲੰਡਨ ਤੋਂ ਆਇਆ ਸੀ। ਇਹਨਾਂ ਦੋਨਾਂ ਦੀ ਮੁਲਾਕਾਤ ਹੋ ਗਈ। ਉਹਨੇ ਵੇਖਿਆ ਵੀ ਇਹਦਾ ਹੁਲੀਆ ਜਿਹੜੇ ਮੈਨੂੰ ਲੋਕ ਦੱਸੇ ਨੇ ਖਾਲਸਾ ਸਿੰਘ ਜਾਂ ਸਿੱਖ ਪੰਥ, ਉਹਨਾਂ ਵਰਗਾ। ਉਹਨੇ ਮੁਲਾਕਾਤ ਕੀਤੀ, ਪੁੱਛਿਆ ਕਿ ਇਹ ਸਿੱਖ ਧਰਮ ਨਾਲ ਸੰਬੰਧਿਤ ਤੋਂ, ਇਹ ਖਾਲਸਾ ਕੌਣ ਹੈ, ਇਹ ਪੰਥ ਕਿੱਥੋਂ ਪ੍ਰਗਟ ਹੋਇਆ। ਭਾਈ ਰਤਨ ਸਿੰਘ ਨੂੰ ਇਹਨੇ ਪਹਿਲਾਂ ਵਾਲਾ ਵੀ ਜਿਹੜਾ ਲਿਖਿਆ ਸੀ ਦਿੱਲੀ ਤੋਂ, ਬਠਿੰਡੇ ਤੋਂ, ਉਹ ਦਿਖਾਇਆ। ਉਹ ਰਤਨ ਸਿੰਘ ਕਹਿੰਦਾ, ਇਹ ਲੋਕਾਂ ਨੂੰ ਸਾਡਾ ਇਤਿਹਾਸ ਕੀ ਪਤਾ, ਜਿਨ੍ਹਾਂ ਦੀਆਂ ਖੋਪੜੀਆਂ ਲਈਆਂ ਨੇ, ਜਿਨ੍ਹਾਂ ਦੇ ਬੰਦ ਕੱਟੇ ਆ, ਜੋ ਦੇਗਾਂ ਚੁੱਬਲੇ ਨੇ, ਜੋ ਆਰਿਆਂ ਨਾਲ ਚੀਰੇ ਨੇ, ਉਹਨਾਂ ਦਾ ਇਤਿਹਾਸ ਇਹ ਬੇਈਮਾਨ ਲੋਕ ਕੀ ਦੱਸਣਗੇ। ਇਹ ਸਾਡਾ ਇਤਿਹਾਸ ਹੈ, ਸਾਡੇ ਪਿਤਾ ਪੁਰਖਿਆਂ ਦਾ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਇਹ ਸਾਡੇ ਬਾਬਿਆਂ ਦੀਆਂ ਕਹਾਣੀਆਂ ਨੇ, ਇਹ ਸਾਡੇ ਤੋਂ ਪੁੱਛ। ਉਹ ਅੰਗਰੇਜ਼ ਇੰਨਾ ਪ੍ਰਭਾਵਿਤ ਹੋਇਆ, ਉਹਨੇ ਸਲੂਟ ਕੀਤਾ ਰਤਨ ਸਿੰਘ ਨੂੰ। ਕਿਉਂ? ਉਹਦਾ ਪੋਤਰਾ ਸੀ ਜਿਹਨੇ ਮੱਸੇ ਦਾ ਸਿਰ ਵੱਢਿਆ। ਇਹ ਉਹੀ DNA ਹੁੰਦਾ ਅੰਸਾਂ ਵੰਸਾਂ ਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੰਸ ਵੰਸ ਹੈ ਖਾਲਸਾ। ਉਹ ਜਿਹੜਾ ਫੌਲਾਦੀ ਜੋਸ਼ ਮਹਾਰਾਜ ਨੇ ਅੰਮ੍ਰਿਤ 'ਚ ਪਾਇਆ, ਉਹ ਅੱਜ ਤੱਕ ਤੇ ਕਰੋੜਾਂ ਬ੍ਰਹਮੰਡਾਂ ਨੂੰ ਫਤਿਹ ਕਰਨ ਤੱਕ ਅਮਰ ਹੋਵੇਗਾ। ਇਉਂ ਭਾਈ ਰਤਨ ਸਿੰਘ ਨੇ ਫਿਰ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕੀਤਾ ਇਤਿਹਾਸ। ਕਹਿੰਦਾ ਵੀ ਇਉਂ ਅਕਾਲ ਪੁਰਖ ਨੇ ਤੜਫਦੀ ਦੁਨੀਆ ਨੂੰ ਰੱਖਣ ਲਈ
ਅਵਤਾਰ ਧਾਰਨ ਕੀਤਾ ਤੇ ਉਹਨਾਂ ਦਾ ਨਾਮ ਸੀ ਗੁਰੂ ਨਾਨਕ ਦੇਵ ਸਾਹਿਬ। ਉਹਨਾਂ ਨੇ 10 ਅਵਤਾਰ ਧਾਰਨ ਕੀਤੇ, ਪੂਰਾ ਸੰਖੇਪ ਦੇ ਵਿੱਚ ਦੱਸਿਆ, ਕਿਉਂਕਿ ਇਹ ਇੱਕ ਰਿਪੋਰਟ ਹੈ CID ਜੋ ਲੰਡਨ ਸਰਕਾਰ ਨੇ ਰਿਪੋਰਟ ਦੇ ਰੂਪ ਵਿੱਚ ਮੰਗਾਈ ਹੈ ਵੀ ਖਾਲਸਾ ਕੌਣ ਹੈ, ਜੋ ਇਹ ਬ੍ਰਿਟਿਸ਼ ਸਰਕਾਰ ਨਾਲ ਟਕਰਾ ਰਿਹਾ ਹੈ, ਆਖਰ ਉਹ ਲੋਕ ਕੌਣ ਨੇ, ਇਹ ਪੁੱਛਣ ਵਾਸਤੇ। ਤਾਂ ਫਿਰ ਉਹਨੇ ਰਤਨ ਸਿੰਘ ਨੇ ਸਾਰੇ ਸਤਿਗੁਰਾਂ ਦਾ ਟੂਕ ਮਾਤਰ ਇਤਿਹਾਸ ਲਿਖਾਤਾ, ਫਿਰ ਸ਼ਹੀਦਾਂ ਦਾ ਲਿਖਾਇਆ ਵੀ ਇਹ ਪੰਥ 'ਚ ਇਹੋ ਜਿਹੇ ਜਰਨੈਲ ਹੋਏ ਨੇ, ਇਹੋ ਜਿਹੇ ਸੰਤ ਹੋਏ ਨੇ, ਬਾਬਾ ਬੁੱਢਾ ਸਾਹਿਬ ਵਰਗੇ, ਐਸੇ ਸਿੱਦਕੀ ਗੁਰਸਿੱਖ ਹੋਏ ਨੇ, ਭਾਈ ਤਾਰੂ ਸਿੰਘ ਵਰਗੇ, ਘਰ ਪਰਿਵਾਰ 'ਚ ਰਹਿੰਦਿਆਂ ਪੰਥ ਦੀ ਸੇਵਾ ਕਰਨੀ, ਗੁਰੂ ਘਰ ਦੀ ਟਹਿਲ ਤਾਬਿਆਂ 'ਚ ਰਹਿਣਾ। ਇਹ ਉਹ ਸਾਰਿਆਂ ਦੀਆਂ ਸਾਖੀਆਂ ਸੁਣਾਈਆਂ। ਉਹ ਇਤਿਹਾਸ ਲਿਖ ਕੇ ਫਿਰ ਉਹ ਲੰਡਨ ਨੂੰ ਵਾਪਸ ਮੁੜ ਗਿਆ। ਬ੍ਰਿਟਿਸ਼ ਸਰਕਾਰ ਨੇ ਇੱਕ ਬੈਠਕ ਬੁਲਾਈ, ਪੰਜਾਬੀ ਭਾਸ਼ਾ ਜਾਣੂ ਲੋਕ ਦਭਾਸ਼ੀਏ ਉੱਥੇ ਇਕੱਠੇ ਕੀਤੇ, ਕਹਿੰਦੇ ਸਾਰਾ ਸਾਨੂੰ ਸਾਡੀ ਭਾਸ਼ਾ 'ਚ ਦੱਸੋ ਵੀ ਇਹ ਕੀ ਹੱਲ ਹੈ। ਤੇ ਉਹਨਾਂ ਨੇ ਜਦੋਂ ਇੰਗਲਿਸ਼ ਦੇ ਵਿੱਚ ਉਹਦਾ ਉਤਾਰਾ ਕਰਤਾ ਬਈ ਜੀ ਆਹ ਚੀਜ਼ ਹੈ ਖਾਲਸਾ, ਇਉਂ ਅਕਾਲ ਪੁਰਖ ਦਾ ਅਵਤਾਰ ਹੋਇਆ, ਉਹਨੇ 10 ਸਰੂਪ ਧਾਰਨ ਕੀਤੇ, ਉਹਨੇ ਅੱਗੇ ਤੀਜਾ ਪੰਥ ਦੁਨੀਆ 'ਤੇ ਸਾਜਿਆ, ਉਹਨੂੰ ਕਹਿੰਦੇ ਨੇ ਖਾਲਸਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਪਰਮਾਤਮ ਕੋ ਮੌਜ। ਜਦੋਂ ਇਉਂ ਸੰਖੇਪ ਨਾਲ ਉਹਨੂੰ ਸਮਝਾਇਆ, ਵੇਖੋ ਅੰਗਰੇਜ਼ਾਂ ਦੀ ਫਰਾਖ ਦਿਲੀ, ਉਹਨਾਂ ਨੇ 260 ਮੁਲਕਾਂ ਦੀ ਭਾਸ਼ਾ ਵਿੱਚ ਉਹ ਇਤਿਹਾਸ ਉਤਾਰਾ ਕਰਵਾਇਆ, ਉਹਨਾਂ ਮੁਲਕਾਂ ਦੀ ਭਾਸ਼ਾ 'ਚ। ਫਿਰ ਉਹਨਾਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਭੇਜ ਦਿੱਤਾ ਕਿ ਦੁਨੀਆ ਦੇ ਤਖਤੇ 'ਤੇ ਇੱਕ ਇਹੋ ਜਿਹਾ ਕਬੀਲਾ, ਇੱਕ ਇਹੋ ਜਿਹਾ ਪੰਥ ਪ੍ਰਗਟ ਹੈ ਜਿਸ ਨੂੰ ਖਾਲਸਾ ਪੰਥ ਕਹਿੰਦੇ ਨੇ, ਆਹ ਉਹਨਾਂ ਦਾ ਇਤਿਹਾਸ ਹੈ। ਕਹਿੰਦੇ ਵੀ ਅੱਜ ਤੱਕ ਵੀ ਉਹਨਾਂ ਮੁਲਕਾਂ ਦੀਆਂ ਲਾਇਬ੍ਰੇਰੀਆਂ 'ਚ ਉਹ ਇਤਿਹਾਸ ਸਾਂਭਿਆ ਹੋਇਆ ਹੈ। ਉਹਨਾਂ ਨੂੰ ਪਤਾ ਹੈ ਬਈ ਇਹ ਕੋਹੇ ਨੂਰ ਤੋਂ ਲੈ ਕੇ ਆ ਸਾਰੇ ਮੁਲਕਾਂ ਦਾ ਰਾਜ ਭਾਗ ਇਹਨਾਂ ਦੇ ਚਰਨਾਂ ਵਿੱਚ ਹੀ ਹੋਇਆ ਕਰਦਾ ਸੀ। ਇਹ ਸਭ ਉਹਨਾਂ ਲੋਕਾਂ ਨੂੰ ਜਾਣਕਾਰੀ ਹੈ। ਪੁਰਾਤਨ ਜਿਹੜੇ ਦਸਤਾਵੇਜ਼ ਸੀ, 100 ਸਾਖੀਆਂ ਹੋਰ ਚੀਜ਼ਾਂ, ਅੰਗਰੇਜ਼ਾਂ ਨੇ ਉਹਨੂੰ ਗੁਪਤ ਕਰਨ ਦੀ ਕੋਸ਼ਿਸ਼ ਕਰੀ ਵੀ ਇਹਨਾਂ 'ਚੋਂ ਇਹਨਾਂ ਨੂੰ ਸੇਧ ਮਿਲਦੀ ਆ, ਹੌਸਲਾ ਮਿਲਦਾ। ਸਮੇਂ ਦੀ ਤਰਤੀਬ ਬਾਰ ਉਹਦੇ 'ਚ ਦੱਸੀ ਹੋਈ ਹੈ ਵਾਰਤਾ ਵੀ ਇਉਂ ਹੋਵੇਗਾ, ਅੰਗਰੇਜ਼ਾਂ ਦਾ ਰਾਜ ਆਵੇਗਾ, ਫਿਰ ਖਾਲਸਾ ਉਹਨੂੰ ਖਤਮ ਕਰ ਦੇਵੇਗਾ। ਉਹ ਚੀਜ਼ਾਂ ਉਹਨਾਂ ਨੇ ਗੁਪਤ ਕੀਤੀਆਂ ਸੰਸਾਰ ਤੋਂ। ਪੁਰਾਤਨ 100 ਸਾਖੀ ਉਹਨਾਂ ਨੇ ਬੈਨ ਕਰ ਦਿੱਤੀ ਤੇ ਹੋਰ ਬੜਾ ਕੁਝ ਕਰਦਿਆਂ ਅਖੀਰ ਇੱਕ ਦਿਨ ਇਸ ਮੁਲਕ ਨੂੰ ਛੱਡ ਕੇ ਜਾਣ ਲਈ ਮਜਬੂਰ ਹੋ ਗਏ। ਇਹ ਭਾਈ ਇਤਿਹਾਸ ਹੈ ਤੇ ਉਹਨਾਂ ਨੇ ਲਿਖਾਇਆ। ਹੋਰ ਬੜੇ ਗੁਰੂ ਕੇ ਕੀਮਤੀ ਰਤਨ ਜਵਾਹਰਾਤਾਂ ਰੂਪੀ ਗੁਰਸਿੱਖ, ਜਿਵੇਂ ਕਿ ਭਾਈ ਸੁੱਖਾ ਸਿੰਘ ਜੀ ਗੁਰਬਿਲਾਸ ਪਾਤਸ਼ਾਹੀ ਸੇਵੀ, ਗੁਰੂ ਕਾ ਇਹ ਨਾਇਬ ਖਜ਼ਾਨਾ ਹੈ ਜੋ ਇਤਿਹਾਸਕ ਸਮੱਗਰੀ ਹੈ। ਇਤਿਹਾਸ ਜਿਤਨਾ ਗੁਰੂ ਕੀ ਕਸਵੱਟੀ, ਗੁਰਬਾਣੀ ਦੇ ਆਸੇ ਦੇ ਅਨੁਸਾਰ ਤੇ ਗੁਰੂ ਕੀ ਰਹਿਤ ਮਰਜ਼ਾਦਾ ਦੇ ਅਨੁਸਾਰ ਹੈ, ਉਹ ਸਹੀ ਸਲਾਮਤ ਹੈ। ਬਹੁਤਾ ਕੁਝ ਸਾਡੇ ਇਤਿਹਾਸ ਵਿੱਚ ਵੀ ਮਿਲਾਵਟ ਕੀਤੀ ਜਾ ਰਹੀ ਹੈ। ਸਮੇਂ ਦੀਆਂ ਸਰਕਾਰਾਂ ਦੇ ਇਹ ਏਜੰਡੇ ਹੁੰਦੇ ਨੇ, ਕਿਸੇ ਕੌਮ ਨੂੰ ਆਪਣੇ ਮਾਰਗ ਤੋਂ ਭੜਕਾਉਣਾ ਹੋਵੇ, ਉਹਨਾਂ ਦੇ ਇਤਿਹਾਸਕ ਮਲਬੇ, ਉਹਨਾਂ ਦੇ ਧਾਰਮਿਕ ਮਲਬੇ 'ਚ ਬਖੇਪ ਪਾ ਦਿੰਦੇ ਨੇ, ਕੁਝ ਆਪਣੇ ਵੱਲੋਂ ਪਾ ਦਿੰਦੇ ਹੈ। ਨਵੀਂ ਪੀੜ੍ਹੀ ਉਹ ਪੜ੍ਹ ਕੇ ਬਸ ਠੀਕ ਹੈ, ਪੁਰਾਣਾ ਇਤਿਹਾਸ ਭੁੱਲ ਜਾਂਦੀ ਹੈ, ਉਹਨਾਂ ਦਾ ਕਾਂਟਾ ਬਦਲ ਜਾਂਦਾ। ਨਵਾਂ ਹੀ ਇਤਿਹਾਸ ਐਵੇਂ ਹੀ ਫੋਕੀਆਂ ਜਿਹੀਆਂ ਗੱਲਾਂ ਸਿਖਾ ਦਿੰਦੇ ਆ, ਉਹ ਆਪਣੀ ਅਸਲੀਅਤ ਭੁੱਲ ਜਾਂਦੇ ਨੇ। ਕਿਸੇ ਕੌਮ ਨੂੰ ਦੁਨੀਆ ਤੋਂ ਅਲੋਪ ਕਰਨ ਦਾ ਇਹ ਵੀ ਇੱਕ ਵੱਡਾ ਤਰੀਕਾ ਹੈ ਤੇ ਅਕਸਰ ਉਹ ਵੀ ਸਭ ਲੋਕਾਂ ਨੇ ਕਰਕੇ ਵੇਖਿਆ। ਪਰ ਇਹ ਗੁਰੂ ਕਾ ਪੰਥ ਖਾਲਸਾ ਅਮਰ ਹੈ ਤੇ ਐਲਾਨੀਆਂ ਕਿਹਾ ਜਾਂਦਾ, ਇੱਕ ਦਿਨ ਇਹ ਸਾਰੇ ਵਰਲਡ 'ਤੇ 14,000 ਸਾਲ ਰਾਜ ਕਰੇਗਾ। ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਨੇ ਮੱਕੇ ਦੇ ਵਿੱਚ ਕਰਨੀ ਨਾਮੇ 'ਚ ਇਹਨਾਂ ਸ਼ਬਦਾਂ ਨੂੰ ਦਰਜ ਕੀਤਾ ਹੈ। ਅਗਰ 10ਵਾਂ ਜਾਮਾ ਕਿਹਾ ਸੀ ਤੇ ਉਹ ਸੱਚਾ ਹੋ ਗਿਆ। 10ਵਾਂ ਜਾਮਾ ਪਹਿਨ ਕਰ ਬੈਠੂ ਪੁਰ ਕਰਤਾਰ, ਉਹ ਬੈਠੇ ਗੁਰੂ ਨਾਨਕ ਸਾਹਿਬ। ਔਰੰਗਜ਼ੇਬ ਬਾਦਸ਼ਾਹ ਸਿਓ ਯੁੱਧ ਕਰੂੰ ਬਹੁਵਾਰ, 14 ਜੰਗ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਅਲੋਪ ਹੋ ਗਏ ਗੁਰੂ